subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਖਟਰਾ। ਅੱਜ ਅਸੀਂ ਗੱਲ ਕਰਾਂਗੇ ਇਮੀਗ੍ਰੇਸ਼ਨ ਇੰਡਸਟਰੀ ਦੀ। ਬਹੁਤ ਸਾਰੇ ਮਨ ਵਿੱਚ ਸਾਡੇ ਸਵਾਲ ਹੁੰਦੇ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਅਸੀਂ ਕੈਨੇਡਾ ਅਮਰੀਕਾ ਬਾਰੇ ਸੋਚਦੇ ਰਹਿੰਦੇ ਹਾਂ। ਸੋ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕਰਦੇ ਕਿ ਸਾਡੇ ਕੋਲ ਕੋਈ ਟਰਸਟਿਡ ਬੰਦਾ ਹੋਵੇ ਕਿ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ ਤੇ ਵਾਕਈ ਉਹ ਸਾਨੂੰ ਸਹੀ ਗਾਈਡ ਕਰੇ। ਸਭ ਤੋਂ ਪਹਿਲਾਂ ਤੇ ਗਗਨ, ਵੈਲਕਮ ਟੂ ਦ ਸ਼ੋ। Thank you, ma'am. ਸੋ ਗਗਨ ਜਿਹੜੇ ਆ ਉਹ ਫਾਊਂਡਰ ਨੇ ਐਂਡ ਹੀ ਇਜ਼ ਅ ਪ੍ਰਿੰਸੀਪਲ ਕੰਸਲਟੈਂਟ ਫॉर ਗਲੋਬਲ ਅਚੀਵਰਸ ਲੁਧਿਆਣਾ ਐਂਡ 7 ਇਮੀਗ੍ਰੇਸ਼ਨ ਕੈਨੇਡਾ। ਕੁਝ ਸਾਲ ਪਹਿਲਾਂ ਹੀ ਗਗਨ ਜਿਹੜੇ ਆ ਉਹ ਕੈਨੇਡਾ ਪੀਆਰ ਹੋਏ ਨੇ ਐਂਡ ਉਹਨਾਂ ਨੇ ਆਪਣਾ ਜਿਹੜਾ ਬਿਜ਼ਨਸ ਆ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਨੇ ਤੇ ਕੈਨੇਡਾ ਵਿੱਚ ਵੀ ਕਰ ਰਹੇ ਨੇ। ਤੇ ਗਗਨ ਨੂੰ ਮੈਂ ਹੱਸ ਰਹੀ ਸੀ ਕਿ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਮੈਂ ਬੜੀ ਅਗੇਂਸਟ ਆ ਕਿ ਜਦੋਂ ਕੋਈ ਬਾਹਰ ਜਾਂਦਾ ਹੈ, ਬਟ ਅੱਜ ਗਗਨ ਮੈਨੂੰ ਇੱਕ ਅਜਿਹੀ ਐਗਜ਼ਾਮਪਲ ਮਿਲੇ ਨੇ ਜਿਨ੍ਹਾਂ ਨੂੰ ਮੈਂ ਆਪਣੇ ਸ਼ੋਅ ਵਿੱਚ ਸਪੈਸ਼ਲੀ ਬੁਲਾਇਆ ਹੈ ਕਿ ਜਿਹੜਾ ਬਿਜ਼ਨਸ ਆ ਜਾਂ ਈਵਨ ਤੁਹਾਡੀ ਜਿਹੜੀ ਪਰਸਨਲ ਲਾਈਫ ਆ, ਯੂ ਕੈਨ ਹੈਵ ਬੋਥ ਦ ਥਿੰਗਸ ਇਨ ਬੋਥ ਦ ਕੰਟਰੀ। ਕਿੱਦਾਂ ਗਗਨ ਨੇ ਇਸ ਚੀਜ਼ ਨੂੰ ਮੈਨੇਜ ਕੀਤਾ ਹੈ ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਜਾ ਕੇ ਵੀ ਉਹਨਾਂ ਨੇ ਇੰਡੀਆ ਦੇ ਵਿੱਚ ਵੀ ਕੰਮ ਕਰ ਰਹੇ ਨੇ ਤੇ ਇੰਡੀਆ ਵਿੱਚ ਰਹਿ ਕੇ ਜਿਹੜਾ ਵਾ ਉਹ ਕੈਨੇਡਾ ਦੇ ਵਿੱਚ ਵੀ ਆਪਣੇ ਕੰਮ ਨੂੰ ਵਧੀਆ ਐਸਟੈਬਲਿਸ਼ ਜਿਹੜਾ ਉਹ ਕਰ ਰਹੇ ਨੇ। ਸੋ ਗਗਨ, ਥੋੜਾ ਜਿਹਾ ਆਪਣੇ ਵੈਂਚਰ ਬਾਰੇ ਪਹਿਲਾਂ ਦੱਸੋ ਕਿ what business you are in ਤੇ ਉਹਦੀਆਂ ਸਰਵਿਸਿਜ਼ ਕੀ ਨੇ। ਬਿਜ਼ਨਸ ਮੈਮ ਨਾਮ ਤੋਂ ਕਲੀਅਰ ਆ ਥੋੜਾ ਹਨਾ ਕਿ ਇਟ ਇਜ਼ ਟੋਟਲੀ ਰਿਲੇਟਡ ਟੂ ਇਮੀਗ੍ਰੇਸ਼ਨ, ਚਾਹੇ ਉਹ ਕੈਨੇਡਾ ਚ ਚਾਹੇ ਉਹ ਇੰਡੀਆ ਚ ਹਨਾ। ਇੰਡੀਆ ਚ 2011 ਤੋਂ ਹੀ ਆਪਾਂ ਕੰਮ ਕਰ ਰਹੇ ਹਾਂ ਤੇ 2019 ਚ ਮੈਂ ਕੈਨੇਡਾ ਮੂਵ ਹੋਇਆ, ਇੱਥੋਂ ਹੀ ਪੀਆਰ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉੱਥੇ ਜਿੰਨੇ ਵੀ ਜੋ ਉਹਦੀਆਂ ਰੈਗੂਲੇਸ਼ਨਸ ਦੀਆਂ ਕੰਪਲੀਸ਼ਨ ਸੀਗੀਆਂ ਉਹ ਪੂਰੀਆਂ ਕੀਤੀਆਂ, ਫਿਰ ਉੱਥੇ ਸਟੈਬਲਿਸ਼ ਕੀਤਾ 2020 ਚ ਤੇ ਹੁਣ ਉਹਦੀ ਸਰਵਿਸਿਜ਼ ਚ ਗੱਲ ਕਰ ਲਓ ਤਾਂ ਦੋਨੋਂ ਸਾਈਡ ਹੀ ਸਾਡੇ ਲੈਂਗੁਏਜ ਸਕਿੱਲਸ ਵੀ ਚੱਲਦੀਆਂ ਨੇ ਤੇ ਇਮੀਗ੍ਰੇਸ਼ਨ ਸਰਵਿਸਿਜ਼ ਵੀ ਚੱਲਦੀਆਂ। ਇਮੀਗ੍ਰੇਸ਼ਨ ਸਰਵਿਸਿਜ਼ ਇੰਡੀਆ ਐਂਡ ਕੈਨੇਡਾ ਬੋਥ ਸਾਈਡ ਦੋਨੇ ਸਾਡੇ ਸੇਮ ਹੀ ਚੱਲਦੀਆਂ ਨੇ। ਇੱਥੇ ਵੀ ਲੈਂਗੁਏਜ ਸਕਿੱਲਸ ਨੇ, ਉੱਥੇ ਵੀ ਲੈਂਗੁਏਜ ਸਕਿੱਲਸ ਨੇ, ਸੇਮ ਲੈਵਲ ਤੇ ਰੱਖਿਆ ਹੋਇਆ, ਕੋਈ ਡਿਫਰੈਂਸ ਨਹੀਂ ਹੈ। ਸੋ ਯੂ ਹੈਵ ਸਟਾਰਟਡ ਯੋਰ ਬਿਜ਼ਨਸ ਫਰਮ ਲੁਧਿਆਣਾ ਤੇ ਆਰ ਯੂ ਬੋਰਨ ਐਂਡ ਬ੍ਰੌਟ ਅਪ ਇਨ ਲੁਧਿਆਣਾ? ਨੋ। ਤੁਹਾਡਾ ਪਿੰਡ ਕਿਹੜਾ ਹੈ? ਜ਼ਿਲ੍ਹਾ ਬਠਿੰਡਾ, ਪਿੰਡ ਦਿਆਲਪੁਰਾ ਮਿਰਜ਼ਾ। ਦਿਆਲਪੁਰਾ ਮਿਰਜ਼ਾ, ਬਠਿੰਡਾ ਜ਼ਿਲ੍ਹੇ ਦੇ ਤੁਸੀਂ ਰਹਿਣ ਵਾਲੇ ਹੋ ਤੇ ਫਿਰ ਲੁਧਿਆਣਾ ਕਿਵੇਂ ਸੋਚਿਆ? ਲੁਧਿਆਣਾ ਪਹਿਲਾਂ ਸਭ ਤੋਂ ਮੇਰੀ ਪਹਿਲੀ ਜੌਬ ਸੀਗੀ ਮੋਗਾ ਜ਼ਿਲ੍ਹੇ 'ਚ ਇੱਕ ਇੰਜੀਨੀਅਰਿੰਗ ਕਾਲਜ ਆ ਓਕੇ ਤੇ ਹੁਣ ਤਾਂ ਨਹੀਂ ਵਰਕਿੰਗ 'ਚ ਹੈਗਾ। ਉੱਥੇ ਮੈਂ ਟੀਚ ਕੀਤਾ 2 ਸਾਲ ਆਈਟੀ ਨੂੰ। ਦੈਨ ਫਿਰ 2011 ਤੋਂ ਲੈ ਕੇ 2016 ਤੱਕ ਮੈਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਨਾਲ ਐਸੋਸੀਏਟਡ ਰਿਹਾ ਤਾਂ ਉਹਦਾ ਆਫਿਸ ਇੱਕ ਭਗਤਾ ਭਾਈ ਸੀਗਾ ਐਂਡ ਇੱਕ ਹੋਰ ਜਗ੍ਹਾ, ਇੱਕ ਸਾਡੇ ਕੋਲ ਹੋਰ ਲੋਕੇਸ਼ਨ ਸੀ ਉੱਥੇ ਸੀਗਾ। ਦੈਨ ਫਿਰ ਸਮਹਾਓ ਅਸੀਂ ਥੋੜਾ ਬਰੀਫ ਕਰਦੇ ਗਏ, ਮਤਲਬ ਪੂਰੀ ਐਜੂਕੇਸ਼ਨ ਫੀਲਡ ਦੇ ਵਿੱਚੋਂ ਫਿਰ ਥੋੜਾ ਇਮੀਗ੍ਰੇਸ਼ਨ ਵੱਲ ਜਾਂਦੇ ਗਏ ਜਾਂ ਲੈਂਗੁਏਜ ਸਕਿੱਲ ਵੱਲ ਜ਼ਿਆਦਾ ਜਾਂਦੇ ਗਏ। ਫਿਰ ਉਹਨੂੰ ਬਰੀਫ ਕਰਕੇ ਸਿਰਫ ਲੈਂਗੁਏਜ ਸਕਿੱਲਸ ਤੇ ਇਮੀਗ੍ਰੇਸ਼ਨ ਤੇ ਲੈ ਜਾਂਦਾ। ਫਿਰ ਉਹਨੂੰ ਅਸੀਂ ਤਾਂ ਕਰਕੇ ਅਸੀਂ ਉਹਨੂੰ ਲੁਧਿਆਣਾ ਇੱਕ ਸੈਂਟਰਲ ਲੋਕੇਸ਼ਨ ਹੋਣ ਕਰਕੇ ਅਸੀਂ ਸਭ ਤੋਂ ਪਹਿਲਾਂ ਉੱਥੇ ਸੋਚਿਆ। ਗਗਨ, ਮੈਨੂੰ ਕਿਉਂਕਿ ਮੈਂ ਬਹੁਤ ਘੱਟ ਲੋਕ ਇਦਾਂ ਦੇ ਦੇਖੇ ਨੇ ਕਿ ਜਿਹੜੇ ਪੂਰਾ ਪੜ੍ਹ ਲਿਖ ਕੇ ਫਿਰ ਸੋਚਦੇ ਕਿ ਮੈਂ ਪੰਜਾਬ 'ਚ ਵੀ ਤੇ ਜਾਂ ਮੈਂ ਕੈਨੇਡਾ 'ਚ ਵੀ ਇਸ ਤਰੀਕੇ ਨਾਲ ਆਪਣਾ ਬਿਜ਼ਨਸ ਜਿਹੜਾ ਐਸਟੈਬਲਿਸ਼ ਕਰਨਾ। ਪੜ੍ਹਾਈ ਜਿਹੜੀ ਉਹ ਕੰਪਲੀਟ ਕਰਨੀ ਬੜੀ ਜ਼ਰੂਰੀ ਆ। ਇਹੀ ਸਾਰਿਆਂ ਨੂੰ ਸਮਝਾਉਂਦੇ ਰਹਿੰਦੇ ਕਿ ਆਪਾਂ ਸਿਰਫ ਆਇਲਸ ਨੂੰ ਹੀ ਆਪਣੀ ਪੜ੍ਹਾਈ ਨਹੀਂ ਸਮਝਣਾ ਕਿ 12th ਤੋਂ ਬਾਅਦ ਆਪਾਂ ਆਇਲਸ ਕਰ ਲਈ ਤੇ ਸਾਡੀ ਪੜ੍ਹਾਈ ਕੰਪਲੀਟ ਹੋ ਗਈ ਤੇ ਹੁਣ ਚਲੋ ਅਸੀਂ ਕੰਮ ਕਰਦੇ ਹਾਂ। ਪਰ ਤੁਸੀਂ ਇੱਕ ਅਜਿਹੀ ਐਗਜ਼ਾਮਪਲ ਹੋ ਕਿ ਜਿਨ੍ਹਾਂ ਨੇ ਪ੍ਰੋਪਰ ਆਪਣੀ ਪਹਿਲਾਂ ਪੂਰੀ ਪੜ੍ਹਾਈ ਕੰਪਲੀਟ ਕੀਤੀ, ਨਾਲ ਬਿਜ਼ਨਸ ਕੀਤਾ ਤੇ ਨਾਲ ਦੂਸਰੇ ਕੰਟਰੀਜ਼ ਵੀ ਸੋਚਿਆ ਕਿ ਮੈਨੂੰ ਐਕਸਪੈਂਡ ਕਰਨਾ। ਸੋ ਪਹਿਲਾਂ ਤੁਸੀਂ ਆਪਣੀ ਐਜੂਕੇਸ਼ਨ ਬਾਰੇ ਵੀ ਦੱਸੋ ਕਿ ਵਾਟ ਬੈਕਗ੍ਰਾਉਂਡ ਯੂ ਕਮ ਫਰੋਮ। ਪਿੰਡ ਦੇ ਸਕੂਲ ਤੋਂ 10ਵੀਂ 12ਵੀਂ, ਦੈਨ ਫਿਰ ਪੋਲੀਟੈਕਨਿਕ ਡਿਪਲੋਮਾ, ਦੈਨ ਬੀਟੈਕ ਆਈਟੀ ਫਿਰ ਕੰਪਲੀਟ ਕੀਤੀ, ਫਿਰ ਟੀਚ ਕੀਤਾ। ਦੈਨ ਹੌਲੀ ਫਿਰ 2011 ਚ ਆਪਣੇ ਬਿਜ਼ਨਸ ਵੱਲ ਆਏ ਹਨਾ। ਤਾਂ ਜਿਵੇਂ ਤੁਸੀਂ ਕਿਹਾ ਨਾ ਕਿ ਐਜੂਕੇਸ਼ਨ ਕੰਪਲੀਟ ਹੋਣੀ ਜ਼ਰੂਰੀ ਆ, ਤਾਂ ਹੁਣ ਇਹਨੂੰ ਜੇ ਬਾਹਰ ਜਾਣ ਨਾਲ ਕਨੈਕਟ ਕਰ ਲਓ ਜਾਂ ਇਮੀਗ੍ਰੇਸ਼ਨ ਨਾਲ ਕਨੈਕਟ ਕਰ ਲਓ ਤਾਂ ਉਹਦੇ 2 ਵਿਊ ਪੁਆਇੰਟ ਬਣਦੇ ਨੇ। ਜੇ ਤੁਸੀਂ ਕੰਪਲੀਟ ਕਰਕੇ ਜਾਂਦੇ ਹੋ ਦੈਟ ਮੀਨਸ ਯੂ ਆਰ ਮਾਰਕੀਟ ਰੈਡੀ, ਤਾਂ ਤੁਸੀਂ ਐਟਲੀਸਟ ਜਾ ਕੇ ਉੱਥੇ ਇੱਕ ਲੈਵਲ ਆਪਣੇ ਆਪ ਤੋਂ ਅਪ ਜਾਂਦੇ ਹੋ, ਅਪ ਤੁਸੀਂ ਜਾ ਸਕਦੇ ਹੋ ਕਿ ਤੁਸੀਂ ਉੱਥੇ ਕਿਸੇ ਇੱਕ ਮਾਰਕੀਟ ਲਈ ਤਾਂ ਤੁਸੀਂ ਰੈਡੀ ਹੋਵੋਗੇ ਵਟ ਐਵਰ ਯੂਰ ਸਟੱਡੀ ਇਜ਼। ਕਿ ਤੁਸੀਂ ਚਾਹੇ ਆਰਟਸ ਹੀ ਪੜ੍ਹਿਆ, ਚਾਹੇ ਤੁਸੀਂ ਜਨਰਲ ਗ੍ਰੈਜੂਏਸ਼ਨ ਕਰਕੇ ਗਏ ਹੋ ਜਾਂ ਤੁਸੀਂ ਕੋਈ ਆਈਟੀ ਪੜ੍ਹ ਕੇ ਗਏ, ਕੁਝ ਵੀ ਪੜ੍ਹ ਕੇ ਗਏ ਹੋ, ਤਾਂ ਤੁਸੀਂ ਉੱਥੇ ਰੈਡੀ ਹੋ ਇੱਕ ਵਾਰੀ ਜੌਬ ਕਰਨ ਲਈ। ਕਿਉਂਕਿ ਉੱਥੇ ਮਾਈਂਡਸੈਟ ਕੁਝ ਹੋਰ ਹੈ, ਇੱਥੇ ਜੌਬ ਦਾ ਮਾਈਂਡਸੈਟ ਕੁਝ ਹੋਰ ਹੈ। ਉੱਥੇ ਜੌਬ ਮਾਰਕੀਟ ਹੋਰ ਹੈ, ਇੱਥੇ ਹੋਰ ਹੈ। ਹਾਂ, ਜੇ ਤੁਸੀਂ +2 ਕਰਕੇ ਜਾ ਰਹੇ ਹੋ ਜਾਂ ਤੁਸੀਂ ਆਪਣੀ ਸਿਰਫ 12th ਗ੍ਰੈਜੂਏਸ਼ਨ ਜਾਂ ਡਿਪਲੋਮਾ ਕਰਕੇ ਜਾ ਰਹੇ ਹੋ, ਦੈਨ ਸਾਡੇ ਕੋਲੇ ਉੱਥੇ ਆਪਸ਼ਨ ਹੈ ਕਿ ਅਸੀਂ ਹਜੇ ਰੈਡੀ ਹੋਣਾ।
ਕਿਉਂਕਿ ਕਿਉਂਕਿ ਡਿਪਲੋਮਾ ਜਾਂ ਜਿਹੜੀ ਗ੍ਰੈਜੂਏਸ਼ਨ ਸਟਰੀਮ ਆ ਉਹਨੂੰ ਡਿਫਰੈਂਟ ਲੈਵਲ ਨੇ ਕੈਨੇਡਾ ਦੇ ਵਿੱਚ ਨਾ, ਕਿ ਉਹ ਇੱਕ ਬੇਸਿਕ ਲੈਵਲ ਆ ਉਹਨਾਂ ਦੇ ਜੌਬ ਲਈ। ਹਾਲਾਂਕਿ ਉੱਥੇ ਜੇ +2 ਬੰਦਾ ਉਹ ਵੀ ਜੌਬ ਕਰਦਾ, ਕਿਉਂਕਿ ਜੇ ਤੁਸੀਂ ਉਹਨਾਂ ਦੀ ਗੱਲ ਕਰ ਲਓਗੇ ਤਾਂ ਉਹਨਾਂ ਦੇ ਬੱਚੇ ਜਾਂ ਉੱਥੋਂ ਦੇ ਜਿਹੜੇ ਬੋਰਨ ਨੇ ਉਹ ਹਾਇਰ ਸੈਕੰਡਰੀ ਤੱਕ ਹੀ ਕੁਇਟ ਕਰ ਜਾਂਦੇ ਨੇ, ਕਿਉਂਕਿ ਉੱਥੇ ਚੀਜ਼ਾਂ ਸਕਿੱਲ ਬੇਸਡ ਨੇ, ਇੱਥੇ ਸਕਿੱਲ ਬੇਸਡ ਨਹੀਂ ਹੁੰਦੀਆਂ। ਹਾਂ, ਮੈਂ ਇਹ ਵੀ ਜਾਣਨਾ ਚਾਹਨੀ ਕਿ ਬੱਚਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਉੱਥੇ ਸ਼ਾਇਦ ਕੋਈ ਡਿਫਰੈਂਟ ਪੜ੍ਹਾਈ ਹੁੰਦੀ ਆ ਤੇ ਫੇਰ ਸ਼ੁਰੂ ਤੋਂ ਪੜ੍ਹਨਾ ਪਏਗਾ, ਰਾਈਟ? ਸੋ ਮਤਲਬ ਇਹੀ ਦਿਮਾਗ 'ਚ ਆਇਆ, ਤਾਂ ਹੀ ਉਹ 12th ਤੋਂ ਬਾਅਦ ਹੀ ਉੱਥੇ ਚੱਲ ਜਾਂਦੇ। ਉਹਨਾਂ ਲੱਗਦਾ ਕਿ ਉੱਥੇ ਜੇ ਮੈਂ 3 ਸਾਲ ਹੋਰ ਇੱਥੇ ਪੜ੍ਹ ਲਿਆ ਗ੍ਰੈਜੂਏਸ਼ਨ 'ਚ ਜਾਂ ਪੋਸਟ ਗ੍ਰੈਜੂਏਸ਼ਨ 'ਚ, ਤੇ ਫੇਰ ਪਤਾ ਨਹੀਂ ਉੱਥੇ ਜਾ ਕੇ ਮੈਨੂੰ ਸ਼ੁਰੂ ਤੋਂ ਸ਼ੁਰੂ ਕਰਨਾ ਪਏਗਾ। ਸ਼ੁਰੂ ਕੁਝ ਨਹੀਂ ਕਰਨਾ, ਚਾਹੇ ਤੁਸੀਂ +2 ਤੋਂ ਜਾ ਰਹੇ ਹੋ ਚਾਹੇ ਤੁਸੀਂ ਗ੍ਰੈਜੂਏਸ਼ਨ ਕਰਕੇ ਜਾ ਰਹੇ ਹੋ। ਦੈਟ ਮੀਨਸ ਕਿ ਤੁਹਾਡੇ 'ਚ ਤਾਂ ਇੱਕ ਲਰਨਿੰਗ ਕੈਪੈਸਿਟੀ ਹੋਣੀ ਜ਼ਰੂਰੀ ਹੈ, ਦੈਟਸ ਅ ਬੇਸਿਕ ਰਿਕੁਆਇਰਮੈਂਟ। ਤੇ ਜਿਹੜੀ ਲੈਂਗੁਏਜ ਦੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਕਿ ਆਇਲਸ ਸਾਰੀ ਸਟੱਡੀ ਨਹੀਂ ਹੈਗੀ, ਆਇਲਸ ਤਾਂ ਇੱਕ ਬੇਸਿਕ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਤੁਸੀਂ ਮੈਟ ਕਰਦੇ ਹੋ ਬਿਫੋਰ ਅਪਲਾਈਂਗ ਟੂ ਕੈਨੇਡਾ। ਉਹ ਜ਼ਰੂਰੀ ਹੈ ਕਿਉਂਕਿ ਉਹ ਕਹਿੰਦੇ ਕਿ ਲਿਸਨਿੰਗ, ਰੀਡਿੰਗ, ਸਪੀਕਿੰਗ ਤੇ ਰਾਈਟਿੰਗ, ਹਨਾ 4 ਸਕਿੱਲ। ਮਤਲਬ ਜੇ ਤੁਸੀਂ ਉੱਥੇ ਜਾ ਕੇ ਪੜ੍ਹਨਾ, ਤੁਹਾਨੂੰ ਲਿਖਣਾ ਵੀ ਆਉਣਾ ਚਾਹੀਦਾ, ਬੋਲਣਾ, ਸੁਣਨਾ ਤੇ ਕਿਸੇ ਨੂੰ ਹਨਾ ਕਮਿਊਨੀਕੇਸ਼ਨ ਦੇ ਬਾਰੇ ਜ਼ਿਆਦਾ ਚੀਜ਼ ਆ ਉਹ। ਤਾਂ ਉਹ ਟੈਸਟ ਇੱਕ ਬੇਸਿਕ ਜਨਰਲ ਰਿਕੁਆਇਰਮੈਂਟ ਆ, ਬੇਸਿਕ ਟੈਸਟ ਆ। ਤਾਂ ਉਹਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਤੁਸੀਂ ਉੱਥੇ ਸਿਲੈਕਸ਼ਨ ਹੁੰਦੀ ਹੈ, ਉੱਥੇ ਕਾਲਜ ਚੂਜ਼ ਕਰਦੇ ਹੋ ਜਾਂ ਆਪਣੀ ਕੋਈ ਜੌਬ ਚੂਜ਼ ਕਰਦੇ ਹੋ, ਤਾਂ ਉਹ ਇੱਕ ਬੇਸਿਕ ਰਿਕੁਆਇਰਮੈਂਟ ਆ। ਹਾਂ, ਸੋ ਉਹੀ ਕਹਿੰਦੇ ਨੇ ਕਿ ਹੁਣ ਜਿੱਦਾਂ ਗੂਗਲ ਆ ਜਾਂ ਮਾਸਟਰਕਾਰਡ ਆ, ਰਾਈਟ, ਇਹਨਾਂ ਦੇ ਜਿਹੜੇ CEOs ਆ ਉਹ ਇੰਡੀਅਨ ਆ, ਇੰਡੀਆ ਦੇ ਕਾਲਜਿਸ 'ਚ ਪੜ੍ਹੇ ਆ। ਜੇ ਇੱਥੋਂ ਦੀ ਪੜ੍ਹਾਈ, ਇੱਥੋਂ ਦੀ ਇੰਜੀਨੀਅਰਿੰਗ ਦੀ, ਇੱਥੋਂ ਦੀ MBA ਦੀ ਵੈਲਿਊ ਨਾ ਹੁੰਦੀ, ਰਾਈਟ, ਫਿਰ ਉਹ ਅੱਜ ਪੂਰੇ ਵਰਲਡ ਦੇ CEOs ਵੀ ਨਾ ਹੁੰਦੇ। ਉਹਨਾਂ ਨੇ ਕਹਿਣਾ ਦੁਬਾਰਾ ਪੜ੍ਹੋ ਇੱਥੇ ਆ ਕੇ ਪਹਿਲਾਂ, ਰਾਈਟ? ਸੋ ਇਹ ਵੀ ਫੋਬੀਆ ਆਪਣੇ ਦਿਮਾਗ 'ਚੋਂ ਕੱਢਣਾ ਪਏਗਾ ਕਿ ਜੋ ਇੰਡੀਆ 'ਚ ਪੜ੍ਹ ਕੇ ਗਏ ਹੋ ਉਹਦੀ ਵੀ ਵੈਲਿਊ ਹੈ। ਉਹ ਸਕਿੱਲ ਓਰੀਐਂਟਡ ਨੇ, ਉੱਥੋਂ ਦੀ ਜਿੰਨੀ ਕਮਿਊਨਿਟੀ ਹੈ, ਜਿੰਨੀ ਸਾਰੀ ਜੌਬ ਮਾਰਕੀਟ, ਤੁਹਾਨੂੰ ਇੰਟਰਵਿਊ 'ਚ ਗਏ ਨੂੰ ਕਿਤੇ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਦਿਖਾਓ ਪਹਿਲਾਂ ਜਾਂ ਦਿਓ। ਤਾਂ ਉੱਥੇ ਜਨਰਲ ਨਾ ਇੰਟਰਵਿਊ ਦਾ ਪ੍ਰੋਸੈਸ ਹੀ ਥੋੜਾ ਡਿਫਰੈਂਟ ਆ। ਮਤਲਬ ਉੱਥੇ ਤੁਸੀਂ ਇੰਟਰਵਿਊ ਲੈਵਲ ਤੇ ਪਹੁੰਚੋ, ਦੈਟ ਮੀਨਸ ਯੂ ਆਲਰੇਡੀ ਅਚੀਵਡ 80%। ਤਾਂ ਉੱਥੇ ਰਿਜ਼ਿਊਮ ਸੈਕਸ਼ਨ ਤੇ ਕੰਮ ਪਹਿਲਾਂ ਹੋਣਾ ਸ਼ੁਰੂ ਹੁੰਦਾ ਕਿ ਤੁਹਾਡਾ ਰਿਜ਼ਿਊਮ ਕੀ ਕਹਿੰਦਾ, ਤੁਹਾਡਾ ਰਿਜ਼ਿਊਮ ਸਾਰੀ ਸਟੋਰੀ ਟੈਲ ਕਰਨਾ ਚਾਹੀਦਾ। ਮੈਂ ਮਤਲਬ ਕਾਫੀ ਸਾਰੇ ਇੰਟਰਵਿਊਜ਼ ਉੱਥੇ ਫੇਸ ਕੀਤੀਆਂ ਨੇ, ਹਨਾ। ਤੇ ਹੁਣ ਉੱਥੇ ਕੀ ਆ ਕਿ ਸਾਡੇ ਡਿਫਰੈਂਟ ਪੈਟਰਨ ਆ। ਉੱਥੇ ਡਿਫਰੈਂਟ ਪੈਟਰਨ ਇੱਦਾਂ ਕਿ ਜੇ ਉਹ ਬੰਦਾ ਕਹਿੰਦਾ ਕਿ ਮੈਂ ਐਕਸਪੀਰੀਅੰਸਡ ਹੈ ਜੀ, ਮੈਂ ਆ ਕੀਤਾ ਹੋਇਆ, ਤਾਂ ਉਹਨੂੰ ਇਹ ਨਹੀਂ ਪੁੱਛਦੇ ਕਿ ਜੇ ਮੈਕਰੋ ਇਕਨੋਮਿਕਸ ਕੀ ਆ, ਮਾਈਕਰੋ ਇਕਨੋਮਿਕਸ ਕੀ ਆ, ਨਾ ਹੀ ਉਹ ਸਬਜੈਕਟ ਨੌਲੇਜ ਤੇ ਜਾਂਦੇ ਨੇ। ਉਹ ਕਹਿੰਦੇ ਕਿ ਜੋ ਅਸੀਂ ਤੁਹਾਡੇ ਤੋਂ ਕੰਮ ਲੈਣਾ ਉਹਦੇ ਰਿਗਾਰਡਿੰਗ ਦੱਸੋ। ਤਾਂ ਉਹ ਪ੍ਰੈਕਟੀਕਲ ਚੀਜ਼ਾਂ ਤੇ ਜ਼ਿਆਦਾ ਜਾਂਦੇ ਨੇ। ਉਹ ਨਾਰਮਲੀ ਜੇ ਸਪੋਜ਼ ਐਗਜ਼ਾਮਪਲ ਦੀ ਗੱਲ ਕਰ ਲਾਂਗੇ, ਉਹ ਪੁੱਛ ਲੈਂਦੇ ਕਿ ਸਪੋਜ਼ ਦਿਸ ਇਜ਼ ਦ ਸਿਚੁਏਸ਼ਨ, ਹਾਊ ਯੂ ਵਿਲ ਹੈਂਡਲ ਇਟ। ਤਾਂ ਉਹ ਬੇਸਿਕ ਚੀਜ਼ਾਂ ਨੂੰ ਜਾਣਨਾ ਚਾਹੁੰਦੇ, ਉਹ ਬੇਸਿਕ ਇਨਸਟਿੰਕਟ ਤੁਹਾਡਾ ਕੱਢ ਕੇ ਦੇਖਦੇ ਕਿ ਤੁਸੀਂ ਕੀ ਰਿਸਪੌਂਡ ਕਰਦੇ ਹੋ। ਉਹਨਾਂ ਲਈ ਕੋਈ ਮੈਟਰ ਨਹੀਂ ਕਰਦਾ ਤੁਸੀਂ ਪਿੱਛੇ ਕੀ ਪੜ੍ਹੇ ਹੋ। ਜਿਵੇਂ 8 ਇਅਰਸ ਤੁਸੀਂ ਇੰਡੀਆ 'ਚ ਕੰਮ ਕੀਤਾ, ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਥੋੜੇ ਸਮੇਂ ਲਈ ਜੌਬ ਕਰਨ ਤੋਂ ਬਾਅਦ ਤੁਸੀਂ ਸੋਚਿਆ ਕਿ ਮੈਂ ਖੁਦ ਦਾ ਹੀ ਕੁਝ ਕਰਾਂ, ਠੀਕ ਹੈ? ਸੋ ਜਿਹੜਾ 8 ਸਾਲ ਦਾ ਸਫ਼ਰ ਸੀ ਬਿਫੋਰ ਗੋਇੰਗ ਟੂ ਕੈਨੇਡਾ, ਉਹ ਕਿੱਦਾਂ ਦਾ ਰਿਹਾ? ਉਹ ਮੇਰੇ ਲਈ ਸਮੂਥ ਸੀ ਕਿਉਂਕਿ ਮੈਨੂੰ ਹਰ ਲੈਵਲ ਤੇ ਇਦਾਂ ਲੱਗਦਾ ਸੀ ਕਿ ਮੇਰੇ ਕੋਲ ਸਕਿੱਲ ਆ, ਬਿਜ਼ਨਸ ਚੱਲੇ ਨਹੀਂ ਚੱਲੇ ਮੈਂ ਕਦੋਂ ਵੀ ਜ਼ੀਰੋ ਤੋਂ ਸਟਾਰਟ ਕਰ ਸਕਦਾ। ਕਿਉਂਕਿ ਜੇ ਤੁਹਾਡੇ ਕੋਲ ਸਕਿੱਲ ਆ ਨਾ ਤਾਂ ਤੁਸੀਂ ਜਦੋਂ ਮਰਜ਼ੀ ਤੁਸੀਂ ਜ਼ੀਰੋ ਹੋ ਜਾਓ, ਜ਼ੀਰੋ ਤੋਂ ਫਿਰ ਸਟਾਰਟ ਕਰ ਲਓਗੇ, ਹੋ ਜਾਊਗਾ। ਤਾਂ ਮੇਰੇ ਲਈ ਉਹ ਇੱਕ ਮਾਈਂਡਸੈਟ ਸੀਗਾ। ਸੋ ਗਗਨ ਜਿਹੜੇ ਆ ਉਹ ਸਿਰਫ ਸਟੂਡੈਂਟਸ ਲਈ ਜਾਂ ਫਿਰ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਲਈ ਗਾਈਡੈਂਸ ਜਾਂ ਇਨਸਪੀਰੇਸ਼ਨ ਨਹੀਂ ਹੈਗੇ, ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਵੀ ਨੇ ਉਹਨਾਂ ਲਈ ਵੀ ਇਹ ਇਨਸਪੀਰੇਸ਼ਨ ਆ। ਗਗਨ ਨੇ ਮੈਨੂੰ ਦੱਸਿਆ ਕਿ ਮੈਂ ਜਿੰਨੇ ਦਿਨ ਮੈਨੂੰ ਹੋ ਗਏ ਆਏ ਡੇਲੀ ਬਸ ਆਪਣੇ ਪ੍ਰੋਫੈਸ਼ਨ ਤੇ ਆਪਣੇ ਕੰਮ ਤੇ ਆ ਕਿ ਹਰ ਜਗ੍ਹਾ ਜਾ ਕੇ ਮਿਲ ਰਿਹਾ ਵਾਂ, ਮੈਂ ਦੇਖ ਰਿਹਾ ਵਾਂ, ਮਤਲਬ ਕਿ ਓਨਾ ਹੀ ਸੀਰੀਅਸ ਇਸ ਚੀਜ਼ ਨੂੰ ਲੈ ਰਹੇ ਜਿੰਨਾ ਹੀ ਕੈਨੇਡਾ 'ਚ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨੇ। ਸੋ ਕੈਨੇਡਾ ਜਾਣ ਤੋਂ ਬਾਅਦ ਕੀ ਚੇਂਜਸ ਆਏ? ਮੈਂ ਬਿਜ਼ਨਸ ਪਰਸਪੈਕਟਿਵ ਸੋਚਾਂ, ਤੁਹਾਡਾ ਮਾਈਂਡ ਕਿੱਦਾਂ ਬਰੋਡ ਹੋਰ ਸੋਚਣ ਲੱਗ ਪਿਆ? ਕੀ ਓਪਰਚੁਨਿਟੀਜ਼ ਤੁਹਾਨੂੰ ਨਜ਼ਰ ਆਈਆਂ ਜਦੋਂ ਤੁਸੀਂ ਸੇਮ ਬਿਜ਼ਨਸ ਨੂੰ ਕੈਨੇਡਾ 'ਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ? ਪਹਿਲੀ ਚੀਜ਼ ਆ ਪੋਜ਼ਿਟਿਵਨੈਸ। ਤੁਸੀਂ ਪੋਜ਼ਿਟਿਵ ਹੋਣੇ ਚਾਹੀਦੇ ਹੋ ਹਰ ਚੀਜ਼ ਨੂੰ। ਅਦਰਵਾਈਜ਼ ਕੈਨੇਡਾ ਵੀ ਇਨਸਾਈਡ ਦੀ ਗੱਲ ਕਰਾਂ ਤਾਂ ਇਨਸਾਈਡ 'ਚ ਬਹੁਤ ਨੈਗੇਟਿਵਿਟੀ ਆ। ਜਾਂ ਜਿਹੜਾ ਇੱਥੋਂ ਸਾਡੀ ਮਾਈਗ੍ਰੇਟ ਹੁੰਦੇ ਨੇ ਬੱਚੇ ਜਾਂਦੇ ਆ, ਚਾਹੇ ਉਹ ਪ੍ਰੋਫੈਸ਼ਨਲ ਜਾਂਦੇ ਨੇ, ਤਾਂ ਥੋੜਾ ਨੈਗੇਟਿਵਿਟੀ ਫੇਸ ਕਰਦੇ ਨੇ ਕਿਉਂਕਿ ਨਾ ਅਸੀਂ ਚੇਂਜ ਲਈ ਅਡੈਪਟਿਵ ਨਹੀਂ ਹੈਗੇ ਉਨੇ। ਅਸੀਂ ਚੇਂਜ ਨੂੰ ਕਰਨਾ ਚਾਹੁੰਦੇ ਆ ਬਟ ਇਹ ਨਹੀਂ ਚਾਹੁੰਦੇ ਅਸੀਂ ਉਹਦਾ ਪਾਰਟ ਹੋਈਏ, ਹਨਾ। ਸੋ ਉਹ ਚੀਜ਼ ਮੈਨੂੰ ਪਹਿਲਾਂ ਮੈਂ ਮੈਂਟਲੀ ਪ੍ਰਿਪੇਅਰ ਸੀ ਉਹਦੇ ਲਈ ਕਿ ਜੇ ਚੇਂਜ ਕਰਨਾ ਤਾਂ ਅਡੈਪਟ ਮੈਨੂੰ ਹੀ ਕਰਨਾ ਪੈਣਾ। ਤਾਂ ਉਹਦੇ ਲਈ ਮੈਂ ਰੈਡੀ ਸੀਗਾ ਤੇ ਲੱਕਲੀ ਮੇਰੇ ਲਈ ਚੀਜ਼ਾਂ ਸਾਰੀਆਂ ਉਹ ਸਕਿੱਲ ਸੈੱਟ ਜਿਹੜਾ ਮੇਰੇ ਕੋਲ ਇੱਥੇ ਸੀਗਾ ਮੇਰੇ ਕੋਲ ਉੱਥੇ ਵੀ ਚੱਲਦਾ ਰਿਹਾ। ਮਤਲਬ ਉੱਥੇ ਜੇ ਮੈਂ ਜਾ ਕੇ ਜੇ ਮੈਂ ਕਹਿ ਲਾ ਕਿ ਜਿਵੇਂ ਮੈਨੂੰ ਵੀ ਲੋਕ ਦੱਸਦੇ ਸੀ ਨਹੀਂ ਜੀ ਤੁਹਾਡੇ ਕੋਲੇ ਐਂਡ ਆਫ ਦਾ ਡੇ ਟਰੱਕਿੰਗ ਦੀ ਆਪਸ਼ਨ ਹੈ, ਐਂਡ ਆਫ ਦਾ ਡੇ ਤੁਹਾਡੇ ਕੋਲੇ ਆਹੀ ਲੇਬਰ ਮਾਰਕੀਟ ਹੈ ਜਾਂ ਤੁਸੀਂ ਵੇਅਰ ਹਾਊਸਿੰਗ ਜੌਬਸ ਆ, ਹਨਾ। ਜੌਬ ਕੋਈ ਨਹੀਂ ਮਾੜੀ ਬਟ ਉਹ ਇੱਕ ਮਾਈਂਡ ਸੈੱਟ ਸੀਗਾ ਕਿ ਨਹੀਂ ਮੈਂ ਆਹ ਕਰ ਲੂੰਗਾ ਬਟ ਆਹ ਨਹੀਂ ਕਰਨਾ, ਹਨਾ। ਚੁਆਇਸ ਤਾਂ ਸੀਗੀ ਨਾ ਮੇਰੇ ਕੋਲ। ਤਾਂ ਮੈਨੂੰ ਕਿਤੇ ਨਾ ਕਿਤੇ ਇਹ ਸੀਗਾ। ਤਾਂ ਮੈਂ ਜਿਵੇਂ ਇੱਥੋਂ ਗਿਆ ਤੇ
ਵਿਦਨ ਮੰਥਸ ਆਪਣੀਆਂ ਜੌਬਸ ਵੀ ਕੀਤੀਆਂ, ਇੰਟਰਵਿਊਜ਼ ਵੀ ਕੀਤੀਆਂ ਨੇ। ਦੈਨ ਮੈਂ ਉੱਥੇ ਬੈਂਕ ਦੇ ਵਿੱਚ ਜੌਬ ਕੀਤੀ ਆ, ਹਾਲਾਂਕਿ ਮੇਰਾ ਇੱਥੇ ਕੋਈ ਬੈਂਕਿੰਗ ਬੈਕਗ੍ਰਾਉਂਡ ਨਹੀਂ ਸੀਗਾ, ਉੱਥੇ ਬੈਂਕ ਦੇ ਵਿੱਚ ਵੀ ਜੌਬ ਕੀਤੀ ਆ। ਦੈਨ ਉੱਥੇ ਕੈਨੇਡਾ ਪੋਸਟ ਜੌਬ ਕੀਤੀ ਆ ਮੈਂ। ਦੈਨ ਫਿਰ ਨਾਲ ਆਪਣੀ ਜਿਹੜੀ ਇਮੀਗ੍ਰੇਸ਼ਨ ਰਿਲੇਟਡ ਸਟੱਡੀ ਸੀ ਉਹ ਕੰਪਲੀਟ ਕੀਤੀ। ਦੈਨ ਉਹਨਾਂ ਦਾ ਲਾਇਸੈਂਸ ਪ੍ਰੋਸੈਸ ਜਿਹੜਾ ਹੈਗਾ ਉਹ ਲੰਬਾ ਕਾਫੀ, ਜਿੰਨੀਆਂ ਰਿਕੁਆਇਰਮੈਂਟ ਸੀ ਉਹ ਪੂਰੀਆਂ ਕੀਤੀਆਂ। ਤਾਂ ਉਹਨੂੰ ਜੇ ਬਿਜ਼ਨਸ ਨੂੰ ਉੱਥੇ ਵੀ ਲੈਣਾ, ਹੁਣ ਉੱਥੇ ਵੀ ਸੇਮ ਮਾਈਂਡ ਸੈਟ ਨੇ ਕਿ ਤੁਸੀਂ ਜੇ ਕੁਝ ਸਟਾਰਟ ਕਰਨਾ, ਚਾਹੇ ਤੁਸੀਂ ਆਪਣਾ ਸੈਲਫ ਇੰਪਲਾਇਡ ਹੋ, ਚਾਹੇ ਤੁਸੀਂ ਕਿਸੇ ਕੋਲ ਜੌਬ ਕਰ ਰਹੇ ਹੋ, ਤਾਂ ਮੇਰੇ ਲਈ ਇਹ ਚੀਜ਼ ਸੀ ਕਿ ਮੇਰਾ ਆਲਰੇਡੀ ਇੱਕ ਬਿਜ਼ਨਸ ਚੱਲ ਰਿਹਾ, ਤਾਂ ਮੈਨੂੰ ਇਹ ਲੱਗਦਾ ਸੀ ਕਿ ਉਹਦੀ ਕੰਪੈਟੀਬਿਲਿਟੀ 'ਚ ਜੇ ਮੈਂ ਸੇਮ ਪ੍ਰੋਫੈਸ਼ਨ 'ਚ ਕਰਾਂ ਤਾਂ ਮੇਰੇ ਲਈ ਇੱਕ ਗੁੱਡ ਪੁਆਇੰਟ ਹੋ ਜਾਊਗਾ। ਰਾਈਟ। ਇਮੀਗ੍ਰੇਸ਼ਨ ਬਿਜ਼ਨਸ ਇੰਨਾ ਜ਼ਿਆਦਾ ਚੀਟਿੰਗ ਆ, ਇੰਨਾ ਜ਼ਿਆਦਾ ਫਰਾਡ ਹੁੰਦਾ ਕਿ ਇਟਸ ਸੋ ਟਫ। ਕੋਈ ਕਿਸੇ ਨੂੰ ਰੈਫਰਲ ਦੇਵੇ ਜਾਂ ਕੋਈ ਬੱਚਾ ਵੀ, ਜਦੋਂ ਮਤਲਬ ਬੜਾ ਹੀ ਇੱਕ ਨੈਗੇਟਿਵ ਮਾਹੌਲ ਬਣ ਗਿਆ ਪੰਜਾਬ 'ਚ। ਇਹ ਕਿਉਂ ਆ, ਇੰਨਾ ਨੈਗੇਟਿਵ ਮਾਹੌਲ ਕਿਉਂ ਆ ਕਿ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਸਕਦੇ। ਬਟ ਇਹ ਗੱਲ ਸਿਰਫ ਕਹਿਣ 'ਚ ਆ ਕਿ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਦੇ, ਬਟ ਕਰਦੇ ਸਾਡੇ ਲੋਕ ਅੱਖਾਂ ਬੰਦ ਕਰਕੇ ਹੀ ਆ, ਕਿਉਂਕਿ ਉਹ ਅਵੇਅਰ ਹੋ ਕੇ ਵੀ ਉਹ ਅਨਅਵੇਅਰ ਨੇ। ਤਾਂ ਇਹਦੇ 'ਚ ਰੀਜ਼ਨ ਜੇ ਮੈਂ ਗੱਲ ਕਰ ਲਾਂ ਤਾਂ ਰੀਜ਼ਨ ਇਹ ਹੈ ਨਾ ਕਿ ਹੁਣ ਸਾਡੇ ਕੋਲੇ ਫਲੋ ਆਫ ਇਨਫੋਰਮੇਸ਼ਨ ਦੇ ਚੈਨਲਸ ਜ਼ਿਆਦਾ ਨੇ। ਅਸੀਂ ਫੇਸਬੁੱਕ ਤੇ ਲਾਈਵ ਸੁਣਦੇ ਆ ਕਿਸੇ ਦਾ, ਅਸੀਂ ਕਿਸੇ ਦੀ ਐਡ ਦੇਖ ਲੈਂਦੇ ਹਾਂ, ਜੋ ਤੁਸੀਂ ਸੁਣਨਾ ਚਾਹੁੰਦੇ ਸਿਰਫ ਤੁਹਾਨੂੰ ਉਹੀ ਦਿਖਾਇਆ ਜਾਂਦਾ ਹੈ ਨਾ। ਤਾਂ ਇਹ ਤਾਂ ਤੁਹਾਡੀ ਡਿਊਟੀ ਹੈ ਕਿ ਤੁਸੀਂ ਉਹਨਾਂ ਨੂੰ ਕੁਐਸਚਨ ਕਰੋ। ਤੁਸੀਂ ਜੇ ਕੋਈ ਆਪਣਾ ਕੇਸ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਲਈ ਸੋਚਦੇ ਹੋ, ਜੋ ਉਹ ਤੁਹਾਨੂੰ ਕਰਵਾਉਣਾ ਚਾਹੁੰਦੇ ਉਹ ਨਾ ਕਰੋ, ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ। ਉਹਨੂੰ ਚੁਆਇਸ ਤੁਹਾਡੀ ਹੋਣੀ ਚਾਹੀਦੀ ਹੈ। ਬਿਲਕੁਲ। ਜਦੋਂ ਵੀ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਜਾਂ ਨਾਰਮਲੀ ਇਮੀਗ੍ਰੇਸ਼ਨ ਕੰਸਲਟੈਂਟਸ, ਐਵਰੀਥਿੰਗ ਇਟਸ ਅਰਾਊਂਡ ਸਟੱਡੀ ਵੀਜ਼ਾਸ, ਠੀਕ ਹੈ। ਕਿਉਂਕਿ ਜਦੋਂ ਬੱਚੇ 12th ਕਰ ਲੈਂਦੇ ਆ ਜਾਂ ਪੇਰੈਂਟਸ ਵੀ 8th 9th 10th 'ਚ ਸੋਚ ਰਹੇ ਹੁੰਦੇ ਆ, ਬੱਚਿਆਂ ਦਾ ਪੀਅਰ ਪ੍ਰੈਸ਼ਰ ਵੀ ਹੁੰਦਾ ਹੈ ਆਪਸ ਦੇ ਕੇ। ਸੋ ਐਵਰੀਬਡੀ ਸੋ ਮਚ ਇਨਟੂ ਸਟੱਡੀ ਵੀਜ਼ਾ। Other than study visa, what are the options? ਸਟੱਡੀ ਵੀਜ਼ਾ ਦੀ ਤਾਂ ਹਰ ਘਰੇ ਇੱਕ ਕੰਸਲਟੈਂਟ ਹੈਗਾ। ਜਿਵੇਂ ਕਹ ਲਓ ਕਿ ਹਰੇ ਜੇ ਉਹ ਉਹਦੇ ਘਰੇ ਨਹੀਂ ਹੋਊਗਾ ਤਾਂ ਗੁਆਂਢ 'ਚ ਵੀ ਹੋਊਗਾ ਕਿ ਉਹ ਦੱਸ ਦੂਗਾ ਸਾਰਾ ਕਿ ਆਹ ਚੀਜ਼ ਹੈ, ਆਹ ਚਾਹੀਦਾ, ਆਹ ਚਾਹੀਦਾ। ਬਟ ਸਟੱਡੀ ਇੱਕ ਪਾਰਟ ਹੈ ਇਮੀਗ੍ਰੇਸ਼ਨ ਦਾ। ਇਹੀ ਸਾਰੀ ਇਮੀਗ੍ਰੇਸ਼ਨ ਨਹੀਂ ਆ। ਠੀਕ ਆ, ਪਾਥਵੇ ਗੁੱਡ ਆ, ਜਿਹੜਾ ਕਰਨਾ ਚਾਹੁੰਦਾ ਕਰ ਸਕਦਾ, ਬਟ ਉਹ ਤੋਂ ਬਿਨਾ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਦੇ ਐਪਲੀਕੇਸ਼ਨ ਤੇ ਜਾ ਸਕਦੇ ਹੋ, ਉੱਥੇ ਪੀਆਰ ਤੇ ਜਾ ਸਕਦੇ ਹੋ ਪੱਕੇ ਹੋਣ ਲਈ। ਤੁਸੀਂ ਉੱਥੇ ਸਿਰਫ ਕੰਮ ਕਰਨ ਲਈ ਜਾ ਸਕਦੇ ਹੋ, ਵਰਕ ਪਰਮਿਟਸ ਜਿਨ੍ਹਾਂ ਨੂੰ ਕਹਿੰਦੇ ਆ ਆਪਾਂ। ਦੈਨ ਉਹਨਾਂ ਦੇ 50+ ਪ੍ਰੋਗਰਾਮ ਨੇ ਇਮੀਗ੍ਰੇਸ਼ਨ ਦੇ, ਹਨਾ। ਉਹਦੇ ਵਿੱਚ ਅਟਲਾਂਟਿਕ ਪ੍ਰੋਵਿੰਸਸ ਦੇ ਅਲੱਗ ਨੇ, ਉਹਦੇ ਵਿੱਚ ਤੁਹਾਡੇ ਜੇ ਤੁਸੀਂ ਟੈਕ ਫੀਲਡ ਨੂੰ ਕਰਦੇ ਹੋ ਤਾਂ ਉੱਥੇ ਹਰੇਕ ਪ੍ਰੋਵਿੰਸ ਦੇ ਆਪਣੇ PNP ਪ੍ਰੋਗਰਾਮਸ ਨੇ। ਮਤਲਬ ਉਹ ਪ੍ਰੋਗਰਾਮ ਇੰਨੇ ਨੇ, ਪਰ ਅਸੀਂ ਫਿੱਟ ਆਪਣੇ ਆਪ ਨੂੰ ਇੱਕ 'ਚ ਕਰ ਲਿਆ ਕਿ ਨਹੀਂ ਸਟੱਡੀ ਸੌਖੀ ਆਪਸ਼ਨ ਹੈ, ਇੱਥੇ 15-20 ਲੱਖ ਰੁਪਏ 25 ਲੱਖ ਰੁਪਏ ਲਾਓ। ਜਦ ਕਿ ਜੇ ਤੁਸੀਂ PR ਜਾਣਾ ਉੱਥੇ ਹਾਰਡਲੀ ਤੁਹਾਡਾ 2 ਤੋਂ 3 ਲੱਖ ਖਰਚਾ ਹੋਣਾ, ਇਨਕਲੂਡਿੰਗ ਐਵਰੀਥਿੰਗ। ਰਾਈਟ। ਹੁਣ ਨਾ ਹਰ ਜਿਹੜੀ ਇੰਡਸਟਰੀ ਹੈ, ਭਾਵੇਂ ਉਹ ਫੂਡ ਆ, ਭਾਵੇਂ ਹੈਲਥ ਕੇਅਰ ਆ, ਆਟੋ ਇੰਡਸਟਰੀ, ਕੋਈ ਵੀ ਇੰਡਸਟਰੀ ਆ, ਐਵਰੀਬਡੀ ਇਜ਼ ਅਡੈਪਟਿੰਗ ਟੈਕਨੋਲੋਜੀ। ਕਿਉਂਕਿ ਕੋਵਿਡ ਨੇ ਸਾਨੂੰ ਦੱਸਤਾ ਕਿ ਟੈਕਨੋਲੋਜੀ ਦੀ ਸਾਨੂੰ ਲੋੜ ਪੈਣੀ ਆ। ਹਰ ਚੀਜ਼ ਮੋਬਾਈਲ ਤੇ ਚਾਹੀਦੀ ਆ। ਐਂਡ ਜਦੋਂ ਘਰੋਂ ਬਾਹਰ ਨਹੀਂ ਜਾ ਸਕਦੇ ਉਦੋਂ ਕਿੱਦਾਂ ਕੰਮ ਹੋਏਗਾ, ਜਾਂ ਉਦੋਂ ਕਿੱਦਾਂ ਅਸੀਂ ਸਿੱਖਾਂਗੇ, ਕਿੱਦਾਂ ਟ੍ਰਾਂਜੈਕਸ਼ਨਸ ਹੋਣਗੀਆਂ। ਸੋ ਐਵਰੀ ਇੰਡਸਟਰੀ ਇਜ਼ ਟਰਾਈਂਗ ਟੂ ਅਡੈਪਟ ਟੈਕਨੋਲੋਜੀ। ਤੇ ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰੀਏ, ਬਹੁਤ ਸਾਰੇ ਲੋਕ ਜਸਟ ਫੋਲੋ ਕਰ ਰਹੇ ਆ ਜਾਂ ਸਬਸਕ੍ਰਾਈਬ ਕਰ ਰਹੇ ਆ, ਕੁਝ ਇਨੋਵੇਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਬਸ ਕਾਪੀ ਕਰ ਰਹੇ ਇੱਕ ਦੂਜੇ ਨੂੰ ਕਿ ਤੇਰੇ ਕੋਲ ਆ ਹੈਗਾ, ਚਲੋ ਮੈਂ ਵੀ ਲੈ ਲੈਣਾ ਵਾ, ਮੈਂ ਵੀ ਲੈ ਲੈਣਾ, ਠੀਕ ਹੈ। ਬਟ ਐਟ ਸੱਚ ਅ ਅਰਲੀ ਸਟੇਜ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਤੇ ਮੈਨੂੰ ਲੱਗਦਾ ਕਿ ਤੁਸੀਂ ਟੈਕਨੋਲੋਜੀ ਨੂੰ ਬਹੁਤ ਇੰਪੋਰਟੈਂਸ ਦੇ ਰਹੇ ਹੋ, ਰਾਈਟ। ਸੋ ਹਾਊ ਯੂ ਆਰ ਡਿਫਰੈਂਟ ਦੈਨ ਅਦਰਸ? ਤੁਹਾਡੇ ਮਨ 'ਚ ਕੀ ਪਲਾਨਸ ਹੈਗੇ ਨੇ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਨਾਲ ਜੁੜਨਗੇ ਉਹਨਾਂ ਨੂੰ ਉਹਦਾ ਫਾਇਦਾ ਹੋਏਗਾ? ਡਿਫਰੈਂਟ ਤਾਂ ਇਹ ਹੈ ਕਿ ਅਸੀਂ ਰੈਗੂਲੇਟਡ ਕੰਸਲਟੈਂਟ ਆ, ਕਿਉਂਕਿ ਮੈਂ ਐਥੀਕਲੀ ਵੀ ਨਹੀਂ ਕਰ ਸਕਦਾ, ਕਿਸੇ ਚੀਜ਼ ਨੂੰ ਗਲਤ ਨਹੀਂ ਗਾਈਡ ਕਰ ਸਕਦਾ, ਨਾ ਫਰਾਡ ਨਹੀਂ ਕਰ ਸਕਦਾ। ਰੀਜ਼ਨ ਬੀਇੰਗ ਕਿ ਮੈਂ ਇੱਕ ਲਾਇਸੈਂਸ ਹੋਲਡਰ ਹਾਂ ਤੇ ਲਾਇਸੈਂਸ ਹੋਲਡਰ ਦੇ ਉੱਪਰ ਇੱਕ ਬਾਡੀ ਆ, ਤਾਂ ਉਹਦੀ ਤਲਵਾਰ ਮੇਰੇ ਸਿਰ ਤੇ ਹਮੇਸ਼ਾ। ਕੈਨੇਡੀਅਨ ਲਾਇਸੈਂਸ ਹੋਲਡਰ ਹੋ, ਰਾਈਟ। ਕੈਨੇਡੀਅਨ ਜੇ ਅਸੀਂ ਇਮੀਗ੍ਰੇਸ਼ਨ ਕਿਸੇ ਨੂੰ, ਕੈਨੇਡਾ ਦੇ ਵਿੱਚ ਰੂਲ ਹੈਗਾ ਕਿ ਜੇ ਤੁਸੀਂ ਇਮੀਗ੍ਰੇਸ਼ਨ ਰਿਲੇਟਡ ਕਿਸੇ ਨੂੰ ਸਲਾਹ ਦੇਣੀ ਆ ਤਾਂ ਯੂ ਸ਼ੁੱਡ ਬੀ RCIC ਮੈਂਬਰ, ਜਾਂ ਹੁਣ ਉਹਦਾ ਨਾਮ ਚੇਂਜ ਕਰਤਾ CICC ਮੈਂਬਰ ਹੋਣੇ ਚਾਹੀਦੇ ਹੋ। ਤਾਂ ਅਸੀਂ ਉਹ CICC ਮੈਂਬਰ ਆ। ਸੋ ਮੇਰੇ ਉੱਪਰ ਇੱਕ ਰੈਗੂਲੇਟਰੀ ਬਾਡੀ ਆ ਤੇ ਮੈਂ ਕੁਝ ਵੀ ਕਰਦਾ ਤਾਂ ਮੈਂ ਉਹਨਾਂ ਨੂੰ ਰਿਪੋਰਟਿੰਗ ਕਰਦਾ, ਸਾਰਾ ਕੁਝ ਕਰਦੇ ਹਾਂ। ਤਾਂ ਅਸੀਂ ਇੱਕ ਲਾਅ ਦੇ ਵਿੱਚ ਇਨਬਾਊਂਡ ਆ, ਤਾਂ ਉਹਦੇ ਵਿੱਚ ਪੋਸੀਬਿਲਿਟੀ ਨਹੀਂ ਕਿ ਮੈਂ ਕਿਸੇ ਨੂੰ ਮਿਸਲੀਡ ਕਰੂੰਗਾ। ਜੇ ਮਿਸਲੀਡ ਕਰਦਾ ਤਾਂ ਮੈਂ ਖੁਦ ਜ਼ਿੰਮੇਦਾਰ ਹਾਂ ਉਸ ਚੀਜ਼ ਲਈ, ਹਨਾ। ਤਾਂ ਇੱਕ ਵੈਲ ਇਨਫੋਰਮਡ ਹੋਣਾ ਜ਼ਿਆਦਾ ਚੰਗੀ ਗੱਲ ਆ। ਜਿਹੜੀਆਂ ਸਾਡੀ ਕਾਉਂਸਲਿੰਗ ਸੈਸ਼ਨ ਨੇ, ਤਾਂ ਪਹਿਲਾਂ ਹੁੰਦਾ ਸੀ ਕਿ ਬੰਦਾ, ਸਾਡਾ ਆਫਿਸ ਤਾਂ ਕੈਨੇਡਾ ਦੇ ਵਿੱਚ ਆ, ਤੁਸੀਂ ਇੱਥੇ ਕਿੱਦਾਂ ਕਰ ਸਕਦੇ ਹੋ, ਹਨਾ, ਜਾਂ ਕੀ ਕਰੀਏ। ਤਾਂ ਉਹਦੇ ਵਿੱਚ ਜ਼ੂਮ ਨੇ ਸਾਨੂੰ ਬਹੁਤ ਵੱਡਾ ਪਲੇਟਫਾਰਮ ਦਿੱਤਾ। ਜ਼ੂਮ ਮੀਟਿੰਗਸ ਹੋ ਗਈਆਂ, ਗੂਗਲ ਮੀਟਿੰਗਸ ਹੋ ਗਈਆਂ। ਤਾਂ ਹੁਣ ਅਸੀਂ ਸਾਰੇ ਕੰਸਲਟੈਂਟ ਉੱਥੇ ਵਾਲੇ ਸਾਰੇ ਯੂਜ਼ ਕਰਦੇ ਹਾਂ ਅਸੀਂ, ਕਿ ਜੇ ਕਿਸੇ ਨੇ ਇੰਡੀਆ ਤੋਂ ਬੈਠੇ ਵੀ ਕੰਸਲਟ ਕਰਨਾ, ਸਾਨੂੰ ਅਪਾਇੰਟਮੈਂਟ ਬੁੱਕ ਕਰਦਾ ਬੰਦਾ, ਉਹ ਵੀ ਆਨਲਾਈਨ ਹੋਣੀ ਆ। ਹੁਣ ਉਹ ਬੰਦਾ ਸਾਡੇ ਨਾਲ ਗੱਲਬਾਤ ਕਰ, ਫੇਸ ਟੂ ਫੇਸ ਕਰਨੀ ਚਾਹੁੰਦਾ, ਤਾਂ ਉਹਦੇ ਕੋਲ ਵੀਡੀਓ ਦੀ ਕਿੰਨੀ ਆਪਸ਼ਨ ਹੈ, ਜ਼ੂਮ ਦੀ ਹੈ, ਗੂਗਲ ਮੀਟ ਦੀ ਹੈ ਨਾ, ਤਾਂ ਉੱਥੇ ਉਹ ਕਮਿਊਨੀਕੇਟ ਕਰ ਰਿਹਾ। ਤਾਂ
ਮੇਰਾ ਮਤਲਬ ਆਈਟੀ ਬੈਕਗ੍ਰਾਉਂਡ ਤੋਂ ਹੋਣ ਕਰਕੇ ਵੀ ਥੋੜਾ ਜਿਹਾ ਉਧਰ ਨੂੰ ਟੈਂਡੈਂਸੀ ਮੇਰੀ ਜ਼ਿਆਦਾ ਹੁੰਦੀ ਹੈ, ਜਾਂ ਉਹਦੀ ਡਿਪੈਂਡੈਂਸੀ ਮੇਰੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਆਈਟੀ ਵਾਲੇ ਲੈਵਲ ਤੇ ਉਹਨੂੰ ਇੱਕ, ਕਿਉਂਕਿ ਆਈਟੀ 'ਚ ਕੀ ਆ ਕਿ ਤੁਹਾਨੂੰ ਨਾ ਬਹੁਤ ਈਜ਼ ਮਿਲ ਜਾਂਦੀ ਹੈ। ਹੁਣ ਸਪੋਜ਼ ਮੈਂ ਉਹੀ ਡਾਕੂਮੈਂਟ ਸਾਈਨ ਕਰਾਉਣਾ ਸੀ ਇੱਥੋਂ, ਹੁਣ ਮੈਂ ਬੱਚੇ ਨੂੰ ਦਿੱਤੇ, ਉਹਨੇ ਈ ਸਾਈਨ ਕੀਤੇ, ਮੈਨੂੰ ਵਾਪਸ ਆ ਗਏ ਵਿਦਨ ਸੈਕਿੰਡਸ। ਤੇ ਪਹਿਲਾਂ ਨਹੀਂ ਇਦਾਂ ਹੀ ਘੁੰਮਦੇ ਸੀ ਕਿ ਮੈਂ ਤੈਨੂੰ ਇੱਕ ਪਹਿਲਾਂ ਕੋਰੀਅਰ ਕਰੂੰਗਾ, ਫਿਰ ਤੂੰ ਸਾਈਨ ਕਰੇਗਾ, ਸਾਈਨ ਬੈਕ ਕਰਕੇ ਫਿਰ ਮੈਨੂੰ ਭੇਜੇਗਾ। ਹੁਣ ਨਹੀਂ ਤੁਸੀਂ ਇਮੇਜਿਨ ਕਰ ਸਕਦੇ ਵਿਦਆਊਟ ਆਈਟੀ। ਜਿਹੜੇ ਬੰਦੇ ਇਹ ਵੀ ਕਹਿੰਦੇ ਨਾ ਕਿ ਜੇ ਕੋਈ ਬੰਦਾ ਕਹੇ ਨਾ ਕਿ ਮੈਂ ਅਨਪੜ੍ਹ ਹਾਂ ਤੇ ਉਹਦੇ ਹੱਥ 'ਚ ਮੋਬਾਈਲ ਹੈ, ਦੈਟ ਮੀਨਸ ਉਹ ਅਨਪੜ੍ਹ ਨਹੀਂ ਆ। ਸੋ ਤੁਸੀਂ ਇੱਥੋਂ ਕੈਨੇਡਾ ਗਏ, ਰਾਈਟ, ਤੇ ਪਲੱਸ ਪੁਆਇੰਟ ਇਹ ਵੀ ਰਿਹਾ ਕਿ ਯੂ ਆਰ ਅ ਮੈਚਿਓਰ ਪਰਸਨ, ਪੜ੍ਹ ਲਿਖ ਕੇ ਗਏ, ਬਿਜ਼ਨਸ ਕਰਕੇ ਗਏ, ਹੈ ਨਾ, ਪੂਰਾ ਸਮਝ ਕੇ ਚੀਜ਼ਾਂ ਨੂੰ ਗਏ, ਆਪਣੇ ਕਹਿ ਸਕਦੇ ਕਿ ਹੋਸ਼ ਹਵਾਸ 'ਚ ਤੁਸੀਂ ਕੈਨੇਡਾ ਦੀ ਧਰਤੀ 'ਤੇ ਗਏ, ਰਾਈਟ। ਸੋ ਉੱਥੇ ਜਾ ਕੇ ਤੁਹਾਨੂੰ ਕੀ ਫੀਲ ਹੋਇਆ ਕਿ ਡਿਊ ਟੂ ਲੈਕ ਆਫ ਨੌਲੇਜ ਜਿਹੜੇ ਟੀਨੇਜਰਸ ਜਾਂ ਫਿਰ ਜਿਹੜੇ +2 ਕਰਕੇ ਬੱਚੇ ਗਏ ਨੇ, ਉਹ ਕੀ ਪ੍ਰੋਬਲਮ ਫੇਸ ਕਰ ਰਹੇ? ਕਿਉਂਕਿ ਉਹ ਤਾਂ ਇੱਕ ਦੂਜੇ ਨੂੰ ਵੇਖ ਕੇ ਚੱਲ ਗਏ, ਪੜ੍ਹਾਈ ਨੂੰ ਵੀ ਇੱਥੇ ਤਰਜੀਹ ਨਹੀਂ ਦਿੱਤੀ, ਪੈਸੇ ਵੀ ਇੰਨੇ ਲਵਾਤੇ ਇੰਨੀ ਅਰਲੀ ਸਟੇਜ ਤੇ, ਰਾਈਟ। ਵਾਟ ਡੂ ਯੂ ਥਿੰਕ ਕਿ ਜਿਹੜੇ ਉੱਥੇ ਬੱਚੇ ਆ ਉਹ ਇੱਥੋਂ ਜਦੋਂ, ਕਿਉਂਕਿ ਇੱਥੇ ਸਾਰਿਆਂ ਨੂੰ ਲੱਗਦਾ ਕਿ ਉੱਥੇ ਡ੍ਰੀਮ ਲੈਂਡ ਹੈਗਾ, ਰਾਈਟ, ਉੱਥੇ ਤੇ ਪਤਾ ਨਹੀਂ ਕੀ ਹੋ ਜਾਣਾ ਹੈ, ਰਾਈਟ। ਸੋ ਕਈ ਬੱਚੇ ਤੁਹਾਨੂੰ ਪਤਾ ਵੀਡੀਓਜ਼ ਪਾਉਂਦੇ ਵੀ ਆ ਫੇਸਬੁੱਕ ਤੇ, ਦੱਸਦੇ ਵੀ ਆ ਕਿ ਉੱਥੇ ਇਹ ਚੈਲੰਜਸ ਹੈਗੇ, ਮਿਹਨਤ ਵੀ ਕਰਦੇ ਆ। ਸੋ ਵਾਟ ਡੂ ਯੂ ਥਿੰਕ ਕਿ ਇੱਥੇ ਵਾਲੇ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉੱਥੋਂ ਦੇ ਕੀ ਚੈਲੰਜਸ? ਯੂ ਕਰੈਕਟ ਕਿ ਕੈਨੇਡਾ ਇਜ਼ ਅ ਲੈਂਡ ਆਫ ਡ੍ਰੀਮਸ। ਤਾਂ ਹੁਣ ਜਿਹੜਾ ਬੱਚਾ ਇੱਥੋਂ ਗਿਆ ਉਹਦੀ ਅਸੀਂ ਗੱਲ ਕਰੀਏ ਤਾਂ ਉਹ ਪ੍ਰੋਬਲਮ ਉੱਥੇ ਫੇਸ ਕਰਦਾ ਕਿ ਇੱਥੋਂ ਜੇ ਸਪੋਜ਼ ਛੋਟੀ ਐਗਜ਼ਾਮਪਲ ਦੀ ਗੱਲ ਹੈ, ਜੇ ਉਹ ਆਇਲਸ ਵੀ ਕਰਕੇ ਗਿਆ ਨਾ ਤਾਂ ਆਪਣੀ ਸਿਰਫ ਕਾਲਜ ਦੀ ਰਿਕੁਆਇਰਮੈਂਟ ਪੂਰੀ ਕਰਨ ਲਈ ਹੀ ਕਰਕੇ ਗਿਆ, ਤੇ ਐਜ਼ ਏ ਕਮਿਊਨੀਕੇਸ਼ਨ ਸਕਿੱਲ ਉਹਨੇ ਅਡਾਪਟ ਹੀ ਨਹੀਂ ਕੀਤਾ। ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਅਡਾਪਟ ਨਹੀਂ ਕਰਦੇ, ਉਹਨੇ ਉਹ ਅਡਾਪਟ ਨਹੀਂ ਕੀਤਾ। ਉਹ ਕਾਲਜ ਗਿਆ, ਕਾਲਜ ਉਹਨੂੰ ਜਾ ਕੇ ਫਿਰ ਲੱਗਦਾ ਔਖਾ, ਫਿਰ ਜਾਂ ਤਾਂ ਉਹ ਕਾਲਜ ਚੇਂਜ ਕਰਦਾ, ਉਹ ਲੱਭਦਾ ਕਿ ਜੀ ਮੈਂ ਕੋਈ 2 ਦਿਨ ਵਾਲਾ ਕਾਲਜ ਕਰਾਂ, 5 ਦਿਨ ਨਹੀਂ ਮੈਂ ਜਾਣਾ। ਫਿਰ ਕਿਉਂਕਿ ਉਹਨੂੰ ਪਤਾ ਕਿ ਉਹ 20 ਘੰਟੇ ਟਾਈਮ ਲਈ ਅਲਾਉਡ ਹੈਗਾ ਨਾ, ਫਿਰ 20 ਘੰਟੇ ਤੋਂ ਕੰਮ ਕਰਨਾ, ਜਾਂ ਇਹ ਕਹਿ ਲਈਏ ਵੀ ਆਪਾਂ ਕਰਨਾ 20 ਪੈਂਦਾ ਉਹਨਾਂ ਨੂੰ, ਫਿਰ ਆਫ ਦਾ ਟਰੈਕ ਜਾ ਕੇ ਕੰਮ ਕਰਦੇ ਨੇ, ਕੁਝ ਫੜੇ ਜਾਂਦੇ ਨੇ, ਫਿਰ ਸਾਰੀਆਂ ਲੀਗਲ ਕਮਿਊਨੀਕੇਸ਼ਨਸ ਹੁੰਦੀਆਂ ਨੇ ਉਹਨਾਂ ਨਾਲ, ਹਨਾ। ਤਾਂ ਉਹਦੇ ਲਈ ਅਵੇਅਰ ਨਹੀਂ ਹੈ। ਈਵਨ ਕਿ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਾਲਜ ਵੀ ਚੇਂਜ ਕਰਨਾ ਤਾਂ ਸਾਨੂੰ ਇਨਫੋਰਮ ਕਰਨਾ ਹੁੰਦਾ IRCC ਨੂੰ ਕਿ ਮੈਂ ਕਾਲਜ ਚੇਂਜ ਕਰ ਲਿਆ ਔਨ ਦਾ ਰੈਕਟਸ। ਕਿਸੇ ਨੂੰ ਇਹ ਨਹੀਂ ਪਤਾ ਕਿ ਕਈਆਂ ਦੀ ਤਾਂ ਪ੍ਰੋਬਲਮ ਉਹੀ ਵਰਕਿੰਗ ਆਵਰਸ ਦੀ ਆ ਜਾਂਦੀ ਕਿ ਮੈਂ ਕਿੰਨੇ ਘੰਟੇ ਕੰਮ ਕਰ ਸਕਦਾ, ਜਦੋਂ ਮੇਰਾ ਆਫ ਹੈ ਉਦੋਂ ਕੰਮ ਕਰਨਾ ਕਿ ਨਹੀਂ ਕਰਨਾ। ਤੇ ਸਭ ਤੋਂ ਵੱਡਾ ਪੀਅਰ ਪ੍ਰੈਸ਼ਰ ਹਰ ਇੱਕ ਲਈ ਇਹ ਹੁੰਦਾ ਕਿ ਮੈਂ ਇੱਕ, ਕਿਉਂਕਿ ਸਾਡੇ ਇੱਥੇ ਇੰਨਾ ਕੁ ਵੀ ਨਹੀਂ ਹੈਗਾ ਕਿ ਜੇ ਅਸੀਂ ਸਾਰਾ ਕੁਝ ਦੇ ਕੇ ਭੇਜਦੇ ਹਾਂ ਬੱਚੇ ਨੂੰ, ਕਿਉਂਕਿ ਇੱਥੋਂ 1 ਸਾਲ ਦੀ ਫੀਸ ਜਾਂਦੀ ਹੈ। ਉਹਨੇ ਉਹਦੇ ਤੇ ਇੱਕ ਪ੍ਰੈਸ਼ਰ ਹਮੇਸ਼ਾ ਰਹਿਣਾ ਕਿ ਉਹਨੇ ਫੀਸ ਵੀ ਇਕੱਠੀ ਕਰਨੀ ਹੈ, ਰਾਈਟ। ਤੇ ਕੁੜੀਆਂ ਤੇ ਹੁਣ ਡਿਫਰੈਂਟ ਲੈਵਲ ਦਾ ਪ੍ਰੈਸ਼ਰ ਹੈ, ਕਿਉਂਕਿ ਉਹ ਮੋਸਟ ਆਫ ਦਾ 80% ਕੇਸਿਸ ਦੇ ਵਿੱਚ ਇਹ ਹੋ ਰਿਹਾ ਜੇ ਕੁੜੀ ਦੀ ਆਇਲਸ ਹੋ ਗਈ ਤਾਂ 80% ਕੇਸਿਸ ਦੇ ਵਿੱਚ ਉਹ ਹੁਣ ਵਿਆਹ ਹੋ ਕੇ ਹੀ ਜਾਂਦਾ ਉੱਥੇ, ਮਤਲਬ ਕਿਸੇ ਨਾ ਕਿਸੇ ਦੇ ਮੁੰਡੇ ਨੂੰ ਲੈ ਕੇ ਜਾਣਗੇ। ਤਾਂ ਹੁਣ ਉਹ ਲੈ ਕੇ ਜਾਣ ਵਾਲੇ ਕੇਸ ਦੇ ਵਿੱਚ ਇੱਕ ਨਵਾਂ ਪੀਅਰ ਪ੍ਰੈਸ਼ਰ ਹੋ ਗਿਆ ਕਿ ਉਹਨੇ ਪੜ੍ਹਾਈ ਵੀ ਕਰਨੀ ਹੈ, ਉਹਨੇ ਉੱਥੇ ਆਪਣਾ ਸਾਰਾ ਸਿਸਟਮ ਮੈਰਿਡ ਲਾਈਫ, ਹਾਂਜੀ, ਦੈਨ ਉਹਨੂੰ ਹੈ ਕਿ ਉਹ ਮੁੰਡੇ ਨੂੰ ਇੱਥੇ ਬੁਲਾਉਣਾ ਉਹਦੀ ਪ੍ਰਾਈਮ ਰਿਸਪੌਂਸਿਬਿਲਿਟੀ ਹੋ ਗਈ, ਉਹ ਵਾਧੂ ਦਾ ਉਹਦੀ ਟੈਨਸ਼ਨ ਪਈ ਹੋਈ, ਉਹ ਟੈਨਸ਼ਨ ਹੋ ਗਈ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹ ਮੈਂਟਲ ਲੈਵਲ ਜਾਂ ਕਿਤੇ ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਆ ਉੱਥੇ। ਮੈਂ ਚਾਹੇ ਅਸੀਂ ਇਗਨੋਰ ਕਰ ਦਿੰਦੇ ਹਾਂ, ਅਸੀਂ ਜਿਹਨੂੰ ਜਾਂ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਵੀ ਇੱਥੋਂ ਥੋੜੀ ਕਾਉਂਸਲਿੰਗ ਨਾ ਇੱਥੋਂ ਹੀ ਹੋਣੀ ਜ਼ਰੂਰੀ ਆ ਉੱਥੇ। ਉੱਥੇ ਚਾਹੇ ਲੋਕ ਬਹੁਤ ਸਪੋਰਟਿਵ ਨੇ, ਉੱਥੇ ਗਵਰਨਮੈਂਟ ਦੇ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਕਿ ਮੈਂਟਲ ਹੈਲਥ ਨੂੰ ਲੈ ਕੇ, ਜਾਂ ਜਿਹੜੀ ਇਮੀਗ੍ਰੈਂਟਸ ਦੀ ਸਪੋਰਟ ਕਰਦੇ ਨੇ ਜਿੰਨੇ ਕੁ ਉੱਥੇ ਲੋਕ, ਤਾਂ ਉਹ ਬਹੁਤ ਵਧੀਆ ਲੈਵਲ ਤੇ। ਬਟ ਇੱਥੋਂ ਕੋਈ ਨਹੀਂ ਦੱਸ ਕਿੱਥੋਂ ਉੱਠਦਾ ਕਿ ਜੇ ਉੱਥੇ ਜਾ ਕੇ ਕੀ ਹੋਣਾ। ਜਿਵੇਂ ਤੁਸੀਂ ਕਿਹਾ ਕਿ ਡਿਫਰੈਂਟ ਕਿੱਦਾਂ, ਤਾਂ ਡਿਫਰੈਂਟ ਇੱਦਾਂ ਕਿ ਜਿਹੜਾ ਬੱਚਾ ਇੱਥੋਂ ਸਾਡੇ ਕੋਲ ਜਾਂਦਾ ਤਾਂ ਉਹਦੇ ਕੋਲੇ ਆਪਸ਼ਨ ਆ ਕਿ ਉੱਥੇ ਜਾ ਕੇ ਵੀ ਸਾਡੀਆਂ ਸਰਵਿਸਿਜ਼ ਉਹ ਲੈ ਸਕਦਾ ਕਿਸੇ ਵੀ ਟਾਈਮ। ਨਾਰਮਲੀ ਜਦੋਂ ਸਾਨੂੰ ਕੰਸਲਟੈਂਟ ਦੀ ਅਸੀਂ ਸਰਵਿਸ ਲੈ ਲੈਂਦੇ ਆ, ਅਸੀਂ ਕੈਨੇਡਾ ਪਹੁੰਚ ਗਏ ਤੇ ਉੱਥੋਂ ਸਟੂਡੈਂਟ ਨੂੰ ਲੱਗਦਾ ਕਿ ਹੁਣ ਮੈਨੂੰ ਲੋੜ ਨਹੀਂ ਥੋੜੀ ਦੇਰ, ਹਨਾ। ਬਟ ਉੱਥੇ ਪਹੁੰਚਣ ਤੋਂ ਬਾਅਦ ਵੀ ਉਹਨੂੰ ਕਿੰਨੀ ਦੇਰ ਤੱਕ ਜਾਂ ਉਹਨੂੰ ਫੋਰਐਵਰ ਹੀ ਆਪਣਾ ਜਿਹਦੀ ਕੰਸਲਟਿੰਗ ਦੇ ਥਰੂ ਉਹ ਕੈਨੇਡਾ ਆਇਆ ਉਹਨੂੰ ਟੱਚ ਵਿੱਚ ਰਹਿਣਾ ਚਾਹੀਦਾ, ਜਾਂ ਉਸ ਤੋਂ ਬਾਅਦ ਉਹ ਕਿਹੜੀਆਂ ਪ੍ਰੋਬਲਮ ਉਹਦੇ ਨਾਲ ਮਿਲ ਕੇ ਸੋਲਵ ਕਰ ਸਕਦਾ ਵਾ? ਉਹ ਇਹ ਹੁਣ ਉਹਦਾ ਇੰਟੈਲੈਕਚੁਅਲ ਹੈਗਾ ਕੁਐਸਚਨ ਆ ਗਿਆ ਉੱਥੇ, ਹਨਾ। ਰਹਿਣਾ ਚਾਹੀਦਾ, ਯਸ, ਹੁਣ ਰਹਿਣਾ ਚਾਹੀਦਾ ਨਹੀਂ, ਉਹਦੀ ਆਪਸ਼ਨ ਬਣ ਜਾਂਦੀ ਹੈ ਕਿਉਂਕਿ ਉਹਨੇ ਸਟੱਡੀ ਖਤਮ ਕਰਨੀ ਹੈ। ਸਪੋਜ਼ ਜਿਵੇਂ ਛੋਟੀ ਜਿਹੀ ਗੱਲ ਸੀ ਕਿ ਆਪਾਂ ਕਾਲਜ ਚੇਂਜ ਕਰਨਾ, ਤਾਂ ਉੱਥੇ ਫਿਰ ਉਹਨੂੰ ਕੰਸਲਟੈਂਟ ਚਾਹੀਦਾ। ਬੈਟਰ ਕਿ ਜੇ ਉਹ ਪੁਰਾਣੇ, ਕਿਉਂਕਿ ਸਾਡੇ ਰਿਵਾਜ ਹੀ ਕੁਝ ਹੋ ਰਿਹਾ ਕਿ ਸਾਡੇ ਵੱਲੋਂ ਇਹ ਇੱਥੇ ਰਿਵਾਜ ਇਹ ਆ ਕਿ ਬੱਚਾ ਗਿਆ, ਬੱਚੇ ਦਾ ਵੀਜ਼ਾ ਆ ਗਿਆ, ਖਤਮ ਕਹਾਣੀ, ਉਹ ਆਪ ਹੀ ਕੰਟੈਕਟ ਰੱਖੇ। ਈਵਨ ਕਿ ਜਦੋਂ ਜਿਹੜੇ ਸਾਡੇ ਕੋਲੇ ਕਰਦੇ ਤਾਂ ਸਾਡਾ ਬਾਏ ਲਾਅ ਅਸੀਂ 6 ਸਾਲ ਤੱਕ ਉਹਦੀ ਫਾਈਲ ਨੂੰ ਅਸੀਂ ਕੁਝ ਨਹੀਂ ਕਰ ਸਕਦੇ, ਕੋਲੇ ਰੈਕਡ ਰਹਿਣਾ ਚਾਹੀਦਾ ਉਹਦਾ, ਹਨਾ। ਤੇ ਈਵਨ ਕਈ ਵਾਰੀ ਇਦਾਂ ਵੀ ਹੋ ਜਾਂਦਾ ਕਿ ਜੇ ਉੱਥੇ ਕੋਈ ਮਿਸਮੈਚ ਹੋਇਆ
ਤਾਂ ਉਹ ਤੇ ਫਿਰ ਉਹ A44 ਲੱਗ ਜਾਂਦੇ, ਉਹਦੇ 5 ਸਾਲ ਦਾ ਬੈਨ ਲੱਗਦਾ ਹੈ ਕਿ ਤੁਸੀਂ ਕੋਈ ਇਨਫੋਰਮੇਸ਼ਨ ਇੰਟੈਂਸ਼ਨਲੀ ਵਿਦਹੈਲਡ ਕੀਤੀ ਹੈ। ਸੋ ਅੱਜ ਗਗਨ ਨੂੰ ਬੁਲਾਉਣ ਦਾ ਜਿਹੜਾ ਮੇਨ ਕਾਰਨ ਉਹ ਇਹੀ ਸੀ ਕਿ ਮੇਰਾ ਮੈਸੇਜ ਜਿਹੜਾ ਆਪਣੀ ਆਡੀਅנס ਨੂੰ ਇਹੀ ਹੈ ਹਮੇਸ਼ਾ ਹੀ ਕਿ ਅਸੀਂ ਫਰਸਟ ਥਿੰਗ ਕਿ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਈਏ। ਜੇ ਤੇ ਅਸੀਂ ਬਹੁਤ ਹੀ ਜ਼ਿਆਦਾ ਬ੍ਰਾਈਟ ਚਾਈਲਡ ਹਾਂ ਤੇ ਸਾਡਾ ਫੈਮਿਲੀ ਵੈਲ ਆਫ ਹੈਗੀ ਹੈ ਤੇ ਡੈਫੀਨੇਟਲੀ ਯੂ ਸ਼ੁਡ ਗੋ ਓਵਰਸੀਜ਼। ਹਨਾ ਜਿਹੜੇ ਸਾਡੇ ਜਿੱਦਾਂ ਪ੍ਰਾਈਮ ਮਿਨਿਸਟਰ ਲਾ ਲਓ, ਡਾਕਟਰ ਮਨਮੋਹਨ, ਕੋਈ ਵੀ ਲਗਾ ਲਓ, ਉਹਨਾਂ ਨੇ ਵੀ ਬਾਹਰ ਪੜ੍ਹਾਈਆਂ ਕੀਤੀਆਂ ਨੇ, ਭਾਵੇਂ ਉਹ ਇੰਡੀਆ ਹੀ ਸਰਵ ਕੀਤਾ ਬਾਅਦ 'ਚ ਉਹਨਾਂ ਨੇ। ਸੋ ਇਹਦੇ ਵਿੱਚ ਕੁਝ ਨਹੀਂ ਹੈ, ਇਫ ਯੂ ਆਰ ਵੈਲ ਆਫ, ਤੁਹਾਡੀ ਕੋਈ ਸਕਾਲਰਸ਼ਿਪ ਆ ਜਾਂ ਯੂ ਆਰ ਇੰਟੈਲੀਜੈਂਟ ਇਨਫ ਤੇ ਯੂ ਕੈਨ ਗੋ। ਬਟ ਜਦੋਂ ਸਾਡੇ ਇੰਡੀਆ ਦੇ ਵਿੱਚ ਹੀ ਇੱਕ ਬਜਟਡ ਫਾਰਮ ਦੇ ਵਿੱਚ ਅਸੀਂ ਆਪਣੀ ਪੜ੍ਹਾਈ ਕੰਪਲੀਟ ਕਰ ਸਕਦੇ ਹਾਂ, ਉਹਨੂੰ ਬੈਸਟ ਵੇ ਨਾਲ ਕਰ ਸਕਦੇ ਹਾਂ, ਤੇ ਫਿਰ ਅਸੀਂ ਕਿਉਂ ਨਹੀਂ। ਸੋ ਇਹੀ ਸਵਾਲ ਮੈਂ ਗਗਨ ਨਾਲ ਲੈਣਾ ਵਾ ਕਿ ਪੜ੍ਹ ਲਿਖ ਕੇ ਜਾਣ ਵਿੱਚ ਤੇ ਉੱਥੇ ਜਾ ਕੇ ਪੜ੍ਹਨ 'ਚ ਕੀ ਫਰਕ ਹੈ। ਮੈਂ ਇੱਕ ਆਮ ਬੱਚੇ ਦੀ ਗੱਲ ਕਰ ਰਹੀ ਇੱਥੇ, ਤੁਸੀਂ ਕੀ ਫਰਕ ਮਹਿਸੂਸ ਕੀਤਾ? ਫਰਕ ਇਹ ਹੈ ਜੀ ਕਿ ਸਾਡੇ ਨਾ ਥੋੜਾ ਜਿਹਾ ਹਜੇ ਅਵੇਅਰਨੈਸ ਘੱਟ ਹੋਣ ਕਰਕੇ ਨਾ, ਤਾਂ ਇੱਥੋਂ ਸਟੱਡੀ ਨੂੰ, ਮੈਂ ਪਹਿਲਾਂ ਵੀ ਗਿਆ ਸੀ ਕਿ ਸਟੱਡੀ ਨੂੰ ਨਾ ਅਸੀਂ ਸਟੱਡੀ ਲੈਂਦੇ ਹੀ ਨਹੀਂ ਉੱਥੇ ਦੀ। ਇੱਥੋਂ ਦੀ ਤੁਸੀਂ ਉਹ ਭੁੱਲ ਜਾਓ ਕਿ ਇੱਥੇ ਜਾ ਕੇ ਕੋਈ ਪੜ੍ਹ ਕੇ ਸਕਿੱਲ ਲੈਣਾ ਹੁੰਦਾ। ਤਾਂ ਇੱਥੇ ਸਟੱਡੀ ਸਿਰਫ ਪਾਥਵੇ ਆ ਉੱਥੇ ਜਾਣ ਲਈ ਲੋਕਾਂ ਦਾ। ਕੰਸਲਟੈਂਟ ਨੂੰ ਜਾ ਕੇ ਇਹ ਕਹਿੰਦੇ ਕੋਈ ABC ਕੋਰਸ ਦੇ ਦਿਓ, ਮੈਂ ਜਾ ਕੇ ਕੰਪਲੀਟ ਕਰ ਦੂੰਗਾ, ਫਿਰ ਮੈਨੂੰ ਵਰਕ ਪਰਮਿਟ ਮਿਲ ਜਾਊਗਾ, ਦੈਨ ਫਿਰ ਮੈਂ PR ਲਗਾ ਦੂੰਗਾ। ਜ਼ਰੀਆ ਬਣ ਗਿਆ ਨਾ ਪੜ੍ਹਾਈ। ਹਾਂ, ਬਟ ਇਨ ਐਕਚੁਅਲ ਜੇ ਤੁਸੀਂ ਸਟੈਟਸ ਚੈੱਕ ਕਰ ਲਓ ਉੱਥੇ ਤਾਂ ਹੁਣ ਬੱਚਾ ਉੱਥੇ ਗਿਆ ਜੀ ਆਫਟਰ ਗ੍ਰੈਜੂਏਸ਼ਨ ਜੀ, ਉਹਨੇ ਕੀਤੀ ਹੈ ਜੀ ਵੈਬ ਡਿਵੈਲਪਮੈਂਟ ਦਾ ਕੋਈ ਉੱਥੇ ਹੰਬਰ ਚੋਂ ਜਾਂ ਕਿਸੇ ਵੱਡੇ ਕਾਲਜ ਚੋਂ ਕੀਤਾ, ਬਟ ਉਹ ਜੌਬ ਕਿੱਥੇ ਕਰ ਰਿਹਾ ਜੀ? ਉਹ ਕਹਿੰਦਾ ਮੈਂ ਐਮਾਜ਼ੋਨ 'ਚ ਕਰ ਰਿਹਾ। ਠੀਕ ਆ, ਐਮਾਜ਼ੋਨ ਜੌਬ ਕਰ ਰਿਹਾ, ਉਹਨੇ ਇੱਕ ਟਾਈਮ ਤੇ ਕਰਨੀ ਵੀ ਸੀ, ਜੋ ਉਹਨੂੰ ਮਿਲ ਰਿਹਾ ਉਹ ਕਰ ਰਿਹਾ, ਬਟ ਉਹ ਜਿਹੜੀ ਉਹਨੇ ਸਕਿੱਲ ਉੱਥੇ ਜਾ ਕੇ ਸਿੱਖੀ ਸੀ ਉਹਦਾ ਫਾਇਦਾ ਜਦਕਿ ਉਹ ਜ਼ਿਆਦਾ ਲੈ ਸਕਦਾ। ਹੁਣ ਸਪੋਜ਼ ਜਿਹੜਾ IT ਵਰਕਰ ਆ ਉੱਥੇ, ਸਪੋਜ਼ IT ਦਾ ਕੋਰਸ ਕੀਤਾ ਸੀ ਕੰਪਲੀਟ ਮੈਂ, IT ਵਰਕਰ ਦੀ ਆਵਰਲੀ ਸੈਲਰੀ ਕਿੰਨੀ ਹੈ? 30+। ਜੇ ਬਿਲੋ ਐਂਡ ਐਵਰੇਜ ਤੁਸੀਂ ਕੁਝ ਨਹੀਂ ਉਹਨਾਂ ਸਕਿੱਲ ਨੂੰ ਯੂਜ਼ ਕਰਨਾ ਚਾਹੁੰਦੇ ਤਾਂ ਤੁਹਾਡੇ ਕੋਲੇ ਚੁਆਇਸ ਉਹੀ ਰਹੇਗੀ 15 ਤੋਂ 20 ਤੁਸੀਂ ਜਿੱਥੋਂ ਸਟਾਰਟ ਕਰੋਗੇ। ਸੋ ਚੁਆਇਸ ਇਜ਼ ਯੋਰ ਕਿ ਆਹ ਡਿਫਰੈਂਸ ਕ੍ਰੀਏਟ ਕਰਦਾ, ਕਿਉਂਕਿ ਉੱਥੇ ਕੋਈ ਪਾਰਸ਼ੈਲਿਟੀ ਨਹੀਂ, ਕੋਈ ਰੈਫਰੈਂਸ ਨਹੀਂ, ਨਾ ਕੁਝ ਨਹੀਂ ਆ। ਬਟ ਇਹ ਹੈ ਕਿ ਸਕਿੱਲ ਲੈਵਲ ਹੋਣਾ ਜ਼ਰੂਰੀ ਹੈ। ਜੇ ਤੁਸੀਂ ਸਕਿੱਲ ਲੈਵਲ ਸੋਚ ਕੇ ਜਾ ਰਹੇ ਹੋ ਕਿ ਉੱਥੇ ਜਾ ਕੇ ਆਪਣੇ ਆਪ ਨੂੰ ਆਪਣੀ ਸਕਿੱਲ ਦੇ ਬੇਸਿਸ ਤੇ ਕਰਨਾ, ਦੈਨ ਇਟਸ ਅ ਗੁੱਡ ਪੁਆਇੰਟ ਕਿ ਉੱਥੇ ਜਾ ਕੇ ਪੜ੍ਹਨਾ ਚਾਹੀਦਾ। ਤਾਂ ਕਿਉਂਕਿ ਉੱਥੇ ਦੀ ਸਟੱਡੀ ਕਦੇ ਇਹ ਨਹੀਂ ਸਿਖਾਉਂਦੀ ਤੁਹਾਨੂੰ ਕਿ ਵੀ ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਬਟ ਉੱਥੇ ਦਾ ਸਕਿੱਲ ਬੇਸਡ ਹੈ ਸਾਰੀ, ਹੈ ਨਾ, ਉੱਥੇ ਪ੍ਰੈਕਟੀਕਲ ਜ਼ਿਆਦਾ ਹੈਗਾ। ਤੇ ਇੱਥੇ ਜੇ ਕਹਿ ਲਈਏ ਕਿ ਇੱਥੋਂ ਪੜ੍ਹ ਕੇ ਜਾਣ 'ਚ ਜਾਂ ਇੱਥੋਂ ਐਕਸਪੀਰੀਅੰਸ ਲੈ ਕੇ ਜਾਣ ਦਾ ਫਰਕ ਇਹ ਹੈ ਕਿ ਤੁਸੀਂ ਥੋੜੇ ਮੈਚਿਓਰ ਹੁੰਦੇ ਹੋ। ਤਾਂ ਜਿਹੜੀਆਂ ਪ੍ਰੋਬਲਮ ਇੱਕ +2 ਲੈਵਲ ਦੇ ਬੱਚਾ ਦੇਖਦਾ, ਉਹ ਟੈਕਲ ਕਰਨ ਦਾ ਉਹਦਾ ਤਰੀਕਾ ਹੋਰ ਹੈ। ਜਿਹੜਾ ਗ੍ਰੈਜੂਏਟ ਲੈਵਲ ਦਾ ਬੱਚਾ ਉਹ ਥੋੜਾ ਜਿਹਾ ਹੋਰ ਤਰੀਕੇ ਨਾਲ ਦੇਖਦਾ ਚੀਜ਼ਾਂ ਨੂੰ। ਬਟ ਹਾਂ, ਐਜੂਕੇਸ਼ਨ ਨੂੰ ਉੱਥੇ ਸੀਰੀਅਸ ਲੈਣਾ ਹੀ ਪੈਣਾ ਸਾਨੂੰ, ਜੇ ਅਸੀਂ ਐਕਚੁਅਲ 'ਚ ਫਾਇਦਾ ਲੈਣਾ ਚਾਹੁੰਦੇ ਆ ਉੱਥੇ ਦੀ ਸਟੱਡੀ ਦਾ, ਉੱਥੇ ਦੇ ਸਟੱਡੀ ਸਟੈਂਡਰਡਸ ਦਾ ਨਾ, ਤਾਂ ਸਾਨੂੰ ਡੈਫੀਨਿਟਲੀ ਕਰਨਾ ਪੈਣਾ। ਐਸੀ ਕੀ ਚੀਜ਼ ਆ ਜਿਹੜੀ ਕੈਨੇਡਾ 'ਚ ਨਹੀਂ ਹੈਗੀ ਤੇ ਪੰਜਾਬ 'ਚ ਹੈਗੀ ਆ? ਦੋਨੇ ਜਗ੍ਹਾ ਸਿਸਟਮ ਹੈ। ਇੱਕ ਤੇ ਫੋਲੋ ਹੁੰਦਾ ਤੇ ਅਸੀਂ ਫੋਲੋ ਕਰਨਾ ਵੀ ਚਾਹੁੰਦੇ ਆ, ਇੱਕ ਤੇ ਹੈਗਾ ਅਸੀਂ ਫੋਲੋ ਨਹੀਂ ਕਰਨਾ ਚਾਹੁੰਦੇ। ਜਿਹੜਾ ਫੋਲੋ ਨਹੀਂ ਕਰਨਾ ਚਾਹੁੰਦੇ ਉਹ ਪੰਜਾਬ 'ਚ ਹੈ, ਸਿਸਟਮ ਹੈਗਾ, ਅਸੀਂ ਫੋਲੋ ਨਹੀਂ ਕਰਨਾ ਚਾਹੁੰਦੇ। ਜਦੋਂ ਕੈਨੇਡਾ ਜਾਂਦੇ ਫਿਰ ਇੱਥੋਂ ਦਾ ਕੀ ਮਿਸ ਕਰਦੇ ਹੋ? ਫੂਡ। ਤੁਹਾਡਾ ਲਾਈਫ ਮੰਤਰਾ ਕੀ ਹੈ? ਪੋਜ਼ਿਟਿਵ ਰਹਿਣਾ, ਕਿ ਹਮੇਸ਼ਾ ਪੋਜ਼ਿਟਿਵ ਰਹਿਣਾ। ਆਪਾਂ ਚਾਹੇ ਅਸੀਂ ਕੈਨੇਡਾ ਦੀ ਲਾਈਫ ਇੱਕ ਡ੍ਰੀਮ ਕਰਦੇ ਹਾਂ, ਚਾਹੇ ਤੁਸੀਂ ਇੰਡੀਆ 'ਚ ਰਹਿੰਦੇ ਹੋ, ਐਜੂਕੇਸ਼ਨ ਬਹੁਤ ਇੰਪੋਰਟੈਂਟ ਪਾਰਟ ਆ। ਮਤਲਬ ਮੈਂ ਤਾਂ ਜਿੰਨਾ ਕੁਝ ਵੀ ਕੀਤਾ ਐਜੂਕੇਸ਼ਨ ਦੇ ਬੇਸਿਸ ਤੇ ਕੀਤਾ, ਜਿਵੇਂ ਆਪ ਦੀ ਗੱਲ ਹੈ, ਜਾਂ ਸਕਿੱਲ ਦੇ ਬੇਸਿਸ ਤੇ ਕੀਤਾ। ਹਾਂ, ਕੈਨੇਡਾ ਲਈ ਸੋਚ ਰਹੇ ਹੋ ਤਾਂ ਸਕਿੱਲ ਜ਼ਰੂਰੀ ਆ, ਲੈਂਗੁਏਜ ਜ਼ਰੂਰੀ ਆ। ਲੈਂਗੁਏਜ ਇੱਕ ਪ੍ਰਾਇਮਰੀ ਪਾਰਟ ਆ। ਜੇ ਤੁਹਾਨੂੰ ਲੈਂਗੁਏਜ ਆਉਂਦੀ ਹੈ ਤਾਂ ਤੁਸੀਂ ਉੱਥੇ ਕੁਝ ਵੀ ਕਰ ਲਓਗੇ, ਮੰਨ ਕੇ ਚੱਲੋ, ਕਿਉਂਕਿ ਲੈਂਗੁਏਜ ਵੀ ਇੱਕ ਸਕਿੱਲ ਆ। ਮੈਂ ਇਸ ਲਈ ਕਰਾਂਗਾ ਸਕਿੱਲ ਬੇਸਡ ਹੈ, ਤੇ ਜੇ ਲੈਂਗੁਏਜ ਨੂੰ ਸਕਿੱਲ ਬਣਾ ਲਓਗੇ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਉੱਥੇ ਕੁਝ ਵੀ ਕਰਨ ਤੋਂ। ਬਟ ਹਾਂ, ਪੋਜ਼ਿਟਿਵ ਰਹਿਣਾ ਜ਼ਿਆਦਾ ਜ਼ਰੂਰੀ ਹੈ ਮੇਰੇ ਅਕੋਰਡਿੰਗ। ਗ੍ਰੇਟ। ਸੋ ਗਗਨ, ਬਹੁਤ ਹੀ ਜ਼ਿਆਦਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ ਫॉर ਬੀਇੰਗ ਔਨ ਆਰ ਸ਼ੋ ਟੁਡੇ। ਥੈਂਕ ਯੂ। ਸੋ ਇਹ ਸੀ ਗਗਨਦੀਪ ਸਿੰਘ ਖੱਟਰਾ, ਤੇ ਅੱਜ ਮੇਰਾ ਮਨ ਸੀ ਕਿ ਇਹਨਾਂ ਨੂੰ ਮੈਂ ਆਪਣੇ ਸ਼ੋਅ ਦੇ ਵਿੱਚ ਬੁਲਾਵਾਂ, ਕਿਉਂਕਿ ਐਸੀਆਂ ਉਦਾਹਰਨਾਂ ਮੇਰਾ ਬੜਾ ਮਨ ਹੈ ਕਿ ਪੰਜਾਬ ਦੇ ਵਿੱਚ ਹੋਣ। ਓਬਵੀਅਸਲੀ ਅਸੀਂ ਪੰਜਾਬੀ ਦੇ ਅੰਦਰੋਂ ਪੰਜਾਬ ਤੇ ਕੱਢ ਨਹੀਂ ਸਕਦੇ, ਉਹ ਕਿਤੇ ਵੀ ਚੱਲ ਜੇ। ਸੋ ਪੰਜਾਬ ਵਿੱਚ ਹੋਣ ਕਿ ਜਿਹੜੇ ਦੋਨੋਂ ਦੇਸ਼ਾਂ 'ਚ ਪੂਰਾ ਇਕੁਅਲੀ ਕੰਮ ਕਰ ਰਹੇ ਨੇ, ਆਪਣੀ ਪ੍ਰੈਜ਼ੈਂਸ ਰੱਖ ਰਹੇ ਨੇ ਦੋਨੋਂ ਦੇਸ਼ਾਂ ਦੇ ਵਿੱਚ। ਸੋ ਇਹੋ ਜਿਹੇ ਐਂਟਰਪ੍ਰੀਨਿਓਰਸ ਲਈ, ਇਹੋ ਜਿਹੇ ਬਿਜ਼ਨਸਮੈਨ ਲਈ ਮੇਰੇ ਮਨ 'ਚ ਬਹੁਤ ਜ਼ਿਆਦਾ ਸਤਿਕਾਰ ਹੈ। ਤੇ ਆਈ ਥਿੰਕ ਕਿ ਸਾਨੂੰ ਸਾਰਿਆਂ ਨੂੰ, ਸਾਡੇ ਯੂਥ ਨੂੰ ਇਹ ਚੀਜ਼ ਫੋਲੋ ਕਰਨੀ ਚਾਹੀਦੀ, ਕਿਉਂਕਿ ਦੋਨੋਂ ਕੰਟਰੀਜ਼ 'ਚ ਅਸੀਂ ਨਹੀਂ ਹੋਵਾਂਗੇ ਤਾਂ ਵੀ ਸਾਡਾ ਨਹੀਂ ਸਰਨਾ, ਕਿਉਂਕਿ NRI ਇੱਕ ਬੜੀ ਇੰਪੋਰਟੈਂਟ ਕਮਿਊਨਿਟੀ ਆ। ਮੈਂ IT ਬਿਜ਼ਨਸ ਲਗਾਵਾਂ ਜਾਂ ਆਪਾਂ ਕੋਈ ਵੀ, ਸਮਝੋ ਅਸੀਂ ਰਾਈਸ ਦੀ ਐਗਜ਼ਾਮਪਲ ਲੈ ਲਓ, ਤੁਸੀਂ ਕਿਸੇ ਚੀਜ਼ ਦੀ, ਮਸ਼ਰੂਮ ਦੀ ਐਗਜ਼ਾਮਪਲ ਲੈ ਲਓ, ਕੋਈ ਵੀ ਆਪਾਂ ਬਿਜ਼ਨਸ ਦੀ ਐਗਜ਼ਾਮਪਲ ਲੈ ਲਈਏ, ਜੇ ਸਾਡੀ ਕਮਿਊਨਿਟੀ ਦੂਸਰੇ ਦੇਸ਼ ਵਿੱਚ ਨਹੀਂ ਬੈਠੀ ਹੋਏਗੀ ਤੇ ਸ਼ਾਇਦ ਅਸੀਂ ਵੀ ਉਹਨਾਂ ਐਕਸਪੋਰਟ ਨਹੀਂ ਕਰ ਸਕਾਂਗੇ ਆਪਣੀਆਂ ਸਰਵਿਸਿਜ਼ ਨੂੰ, ਆਪਣੇ ਪ੍ਰੋਡਕਟਸ ਨੂੰ।
ਪਰ ਕਿਉਂ ਨਾ ਅਸੀਂ ਅਗਲੀ ਜਨਰੇਸ਼ਨ ਇੱਕ ਐਸੀ ਜਨਰੇਸ਼ਨ ਬਣਾਈਏ ਕਿ ਜਿਹੜੀ ਦੋਨੋਂ ਕੰਟਰੀਜ਼ ਦੇ ਵਿੱਚ ਜਿਹੜਾ ਬੜਾ ਅੱਛਾ ਆਪਣਾ ਮੁਕਾਮ ਹਾਸਲ ਕਰੇ, ਤਾਂ ਕਿ ਅਸੀਂ ਜੋ ਵੀ ਦੂਸਰੇ ਕੰਟਰੀ ਤੋਂ ਸਿੱਖਦੇ ਹਾਂ ਉਹਦੇ ਨਾਲ ਪੰਜਾਬ ਦੀ ਮਦਦ ਕਰ ਸਕੀਏ, ਤੇ ਜੋ ਅਸੀਂ ਪੰਜਾਬ ਤੋਂ ਸਿੱਖਿਆ ਹੈ, ਠੀਕ ਹੈ, ਉਹਨੂੰ ਯੂਜ਼ ਕਰਕੇ ਅਸੀਂ ਦੂਸਰੇ ਕੰਟਰੀ ਦੇ ਵਿੱਚ ਆਪਣੇ ਬਿਜ਼ਨਸ ਸੈਟਅਪ ਕਰ ਸਕੀਏ ਜਾਂ ਬੈਟਰ ਅਰਨ ਕਰ ਸਕੀਏ, ਇਹੀ ਮੈਂ ਕਹਾਂਗੀ। ਤੇ ਕਿਉਂਕਿ ਪੰਜਾਬ ਨੂੰ ਬਹੁਤ ਜ਼ਰੂਰਤ ਆ ਇੰਪਲੋਇਮੈਂਟ ਦੀ, ਗਗਨ ਵਰਗੇ ਬਿਜ਼ਨਸਮੈਨ ਇਹ ਸੋਚਣਗੇ ਕਿ ਇੱਕ ਮੈਂ ਆਪਣੀ ਏਜੰਸੀ, ਇੱਕ ਆਪਣੀ ਕੰਪਨੀ ਜਾਂ ਆਪਣੀਆਂ ਬ੍ਰਾਂਚੇਸ ਮੈਂ ਪੰਜਾਬ ਵਿੱਚ ਵੀ ਖੋਲਾਂਗਾ, ਤੇ ਜੇ ਉਹ ਮੈਨੂੰ ਲੱਗਦਾ ਕਿ 10 ਸਾਲ ਦੇ ਵਿੱਚ 500 ਬੰਦਿਆਂ ਨੂੰ ਵੀ ਜੌਬ ਦੇ ਦੇਣਗੇ ਤੇ ਬੜੀ ਵੱਡੀ ਗੱਲ ਆ, ਬੜੀ ਮਾਣ ਵਾਲੀ ਗੱਲ ਹੋਏਗੀ ਸਾਡੇ ਲਈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਟਾਂਗਰਾ ਸ਼ੋ।